तो भी शुरू करेंगे इधर आ जाओ भाजी ਇਹੋ ਨਹੀਂ ਜ਼ਿਆਦਾ ਹੋ ਗਿਆ ਲਾਡੀ ਜੀ ਕਰ ਦਿਓ ਚਲੋ ਸਾਹਿਬ ਆਓ ਇਧਰ ਆ ਵੀ ਸਾਰੇ ਆ ਗਏ ਕੋਈ ਨਹੀਂ ਰਹਿ ਤਾਂ ਨਹੀਂ ਗਿਆ वेट कर ਵੇਟ ਕਰ ਰਹੇ ਨੇ 7 ਮਿੰਟ ਦਾ ਮੈਂ ਪਾਪਾ ਕਰ ਲਿਆ ਆਪਾਂ ਕੋਈ ਹੋਰ ਗੱਲਾਂ ਬਾਤਾਂ ਮਾਰਾਂ ਹੁਣ ਚਲੋ ਗੱਲ ਹੀ ਸੁਣਾ ਦਿਓ ਕੋਈ ਜੀ ਗੱਲਬਾਤ ਸੁਣਾਈ ਦਿਓ ਖਬਰਾਂ ਠਾ ਕਿਉਂ ਭਾਜੀ ਮੈਂ ਇਹਨਾਂ ਤੋਂ ਕਹਿੰਦਾ ਮੈਂ ਜਦ ਤੱਕ ਤੁਹਾਡੀ ਸੰਤੁਸ਼ਟੀ ਨਹੀਂ ਹੁੰਦੀ ਮੈਂ ਜਾਂਦਾ ਮੈਂ ਭੱਜਣ ਵਾਲੇ ਬੰਦਿਆਂ ਚੋਂ ਨਹੀਂ ਮੇਰੇ ਕੋਲ ਕੋਈ ਜ਼ੁਬਾਨ ਨਹੀਂ ਦੇਖ ਲੈ ਮੇਰੀ ਗੱਲ ਜਾਣਾ ਕਿਤੇ ਪੂਰਾ ਜਵਾਬ ਦੇ ਕੇ ਜਾਣਾ ਦੱਸ ਕਦੇ ਭੱਜਿਆ ਬਠਿੰਡੇ ਨਾਲ ਖਾਸ ਪਿਆਰ ਹੈ ਮੇਰਾ ਚਲੋ ਪੂਰੇ 2 ਵਜੇ ਕਰਾਂਗੇ 5 ਮਿੰਟ ਜਿਹਦੇ ਨਹੀਂ ਲਾਈ ਤਾਰ ਤੂਰ ਲਾ ਲਾ ਬਾਈ ਮਿੱਤਰਾ ਕਰ ਲੈ ਕਨੈਕਸ਼ਨ ਜਦੋਂ ਕੌਣ ਇਸ ਤਰ੍ਹਾਂ ਛੋਟੇ ਭਾਈ ਕਿ ਉਹ ਹਰੇਕ ਘਰ 'ਚ ਜਾ ਰਿਹਾ ਜਿੱਦਣ ਮੇਰੇ ਘਰੇ ਆਊਗਾ ਉਧਰ ਉੱਥੇ ਵੀ ਕਰਾਂਗੇ ਬਿਲਕੁਲ ਜਦੋਂ ਉਹਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਕਿਹਾ ਹੁਣੇ ਆ ਜਾ ਮੇਰਾ ਛੋਟਾ ਭਰਾ ਹੈ ਯਾਰ ਕਮਾਲ ਕਰਦੇ ਜਦੋਂ ਇੱਥੇ ਕੋਈ ਕੰਪੇਨ ਤੇ ਨਹੀਂ ਆਇਆ ਸੀ ਉਦੋਂ ਵੀ ਸਿੱਧੂ ਆਇਆ ਸੀ 75-25 ਵਾਲੀ ਗੱਲ ਕਰਨ ਕਿਹਦੀ ਸਟੇਜ ਤੇ ਸੀ ਮੈਡਮ ਨੂੰ ਲਿਖੀ ਜਦੋਂ ਚਿੱਠੀ ਸਭ ਤੋਂ ਵੱਧ ਤਾਰੀਫ ਕਿਹਦੀ ਕੀਤੀ ਉਹਦਾ ਪ੍ਰਸ਼ਾਂਤ ਕਿਸ਼ੋਰ ਜੀ ਨੇ ਹੁਣ ਵੀ ਫਿਰ ਚਲੋ ਮੇਰੀ ਕੀਤੀ ਨਾ ਕੀਤੀ ਗੱਲ ਸ਼ੀ ਇਜ਼ ਫਾਈਨ ਸ਼ੀ ਇਜ਼ ਬੈਟਰ ਐਂਡ you know she was in a very precarious situation ਗੋਲ ਬਲੈਡਰ ਉਹਦੀ ਇਨਫੈਕਸ਼ਨ ਸੀ ਉਹ ਕਈ ਵਾਰ ਨਾ ਬਰਸਟ ਕਰ ਜਾਂਦਾ ਛੋਟੀ ਭੈਣ ਉਹ ਫਿਰ ਪੋਇਜ਼ਨ ਸਾਰਾ ਸਟੋਨ ਸੀ ਇਸ ਦੌਰਾਨ ਇਟ ਵਾਸ ਅ ਬਿਗ any surgery which lasts 3 hours is the major surgery so they had to crush it and pull out the gallbladder took about 3.5 hours ਲੱਗੇ ਨਹੀਂ ਚੱਲ ਸਿੱਧੂ ਸਾਹਿਬ ਥਾਂ ਕਿਤੇ ਬੜਾ ਪਿੱਛੇ ਕਰ ਪਹਿਲਾਂ ਵੈਸੇ ਤੁਸੀਂ ਵੀ ਸ਼ੌਂਕ ਰੱਖਣ ਲੱਗ ਪਏ ਨਾਲਾ ਤੁਹਾਡਾ ਵੀ ਲੜਕੇ ਠੀਕ ਹੈ ਬਾਦਲ ਸਾਹਿਬ ਦੀ ਰੀਸ ਹੈ ਮੈਂ ਕਹਿੰਦਾ ਇੰਨੀ ਕੀਨ ਆਬਜ਼ਰਵੇਸ਼ਨ ਮੈਂ ਪਹਿਲੀ ਵਾਰ ਦੇਖੀ ਹੈ ਮਿੱਤਰਾ ਬਾਦਲ ਸਾਹਿਬ ਜਾਤਾ ਬਹੁਤ ਕਰਦੇ ਨੇ ਦੇਖੋ ਹੁਣ ਦੇਖੋ ਮਿੱਤਰ ਪਿਆਰੇ ਜਦੋਂ ਬੰਦਾ ਭੁਗਤ ਜਾਂਦਾ ਫਿਰ ਯਾਦ ਯੂਦ ਕਿਤੇ ਕਰਦਾ ਉਹ ਤਾਂ ਭੁਗਤ ਗਿਆ पीछे खड़ जाओ 2 ਵਜੇ ਐਗਜ਼ੈਕਟਲੀ ਵਿਲ ਸਟਾਰਟ ਕੋਈ ਆਵੇ ਮੁਲਾਕਾਤ ਕੀ ਕਰਨ ਗਏ ਜੀ ਪਟਿਆਲੇ ਹਾਂਜੀ ਭਾਈ ਨਾਲ ਮੁਲਾਕਾਤ ਨਹੀਂ ਕਰਨ ਗਏ ਜੇ ਉਹ ਬੁਲਾਉਂਦਾ ਤਾਂ ਜ਼ਰੂਰ ਚਲਾ ਜੂ ਦੇਖੋ ਮੈਨੂੰ ਕੋਈ ਖੁਸ਼ੀ ਥੋੜਾ ਨਾ ਹੁੰਦੀ ਹੈ ਕਿਸੇ ਨੂੰ ਇਦਾਂ ਦੇਖ ਕੇ ਕਦੇ ਵੀ ਨਹੀਂ ਹੋਈ ਪਰ ਬੰਦਾ ਜਿਹਨੇ ਜੋ ਬੀਜਣਾ ਉਹਨੇ ਉਹ ਵੱਢਦਾ ਫਿਰ ਵੀ ਮੈਂ ਮੇਰੀ ਕੋਈ ਜਾਤੀ ਕਿਸੇ ਨਾਲ ਕੋਈ ਕਿਹੜ ਨਹੀਂ ਹੈ मैं भेजिया उन्हें भेजिया मित्रा नहीं इल्जाम नहीं ये देखो ये एडमिनिस्ट्रेटिव असूलों सब तो पहली गल आती है ਜਿਹੜੇ ਰਾਜ ਚੰਗਾ ਕੰਮ ਕਰਨ ਵਾਲਿਆਂ ਦੀ ਪਿੱਠ ਠੋਕੀ ਜਾਂਦੀ ਤੇ ਮਾੜਾ ਕੰਮ ਕਰਨ ਵਾਲਿਆਂ ਨੂੰ ਦੰਡਿਤ ਨਾ ਕੀਤਾ ਜਾਵੇ ਉਹ ਤਬਾਹ ਹੋ You have to reward the good and punish the poor. नहीं तो फिर की रह जू बस छोटे भाई मेरा बनाया होता है नहीं वेदा का ਸਾਰਾ ਉਹ ਚੱਕ ਮੈਂ ਪੁਆਇੰਟ ਮੋਟੇ ਸਿੱਧੂ ਸਾਹਿਬ ਨੇ ਗੱਲ ਤਾਂ ਤੁਹਾਡੀ ਬਿਨਾਂ ਟੈਲੀਗ੍ਰਾਮ ਵਿੱਚ ਜਾਂਦਾ ਪਹਿਲੀ ਗੱਲ ਕਹੀ ਆ ਸਾਰੇ ਜੋਬ ਇੱਕ ਇੱਕ ਜਵਾਬ ਦੇ ਕੇ ਜਾਣੇ ਸਿੱਧੂ ਨੇ ਪਹਿਲੇ ਗੱਲ ਕਹੀ 157 ਪੂਰੇ 2 ਵਜੇ ਡਾਟ ਟਾਈਮ ਦੇ ਕੇ ਤੂੰ ਚੱਕਿਆ ਫੋਨ 3 ਮਿੰਟ ਮੈਂ ਕਿਹਾ ਸਿੱਧੂ ਸਾਹਿਬ ਤੁਹਾਡੇ
ਸਾਡਾ ਭਰਾ ਪੁਰਾਣਾ ਡੱਲਾ ਸਾਹਿਬ ਮੈਂ ਕਿਹਾ ਅੰਮ੍ਰਿਤਸਰ ਸੱਦ ਲਿਆ ਤੇ ਮੁੜ ਕੇ ਫੋਨ ਨਹੀਂ ਕੀਤਾ ਇਹਨਾਂ ਨੇ ਹਾਂਜੀ ਜਦੋਂ ਮੈਂ ਹਸਪੀਟਲ ਰਿਹਾ ਸੀ ਇਹਨਾਂ ਨੂੰ ਹੁਣ ਪਤਾ ਮਹਾਰਾਜ ਤੁਸੀਂ ਤੇ ਫੇਰ ਵੱਡੇ ਵਧੇ ਮੇਰਾ ਨਹੀਂ ਚੱਕਦੇ ਫੋਨ ਉਹ ਸੱਚ ਬੜਾ ਸੌਖਾ ਹੈ ਜਦੋਂ ਫੋਨ ਕੋਈ ਡਲਾ ਦਾ ਫੋਨ ਨਹੀਂ ਚੱਕ ਮੈਂ ਸ਼ੋਅ ਕਰ ਰਿਹਾ ਸੀ ਡੱਲਾ ਸਾਹਿਬ ਅਸੀਂ ਤਾਂ ਹੀ ਡੱਲਾ ਸਾਹਿਬ ਬੜਾ ਸੌਖਾ ਸ਼ੋਅ ਕਰ ਰਿਹਾ ਅੱਛਾ ਭਾਜੀ ਠੀਕ ਹੈ ਬਈ ਕਰੋ ਕਰੋ ਅੱਛਾ ਕਈ ਵਾਰ ਸ਼ੋਅ ਚੱਲਦਾ ਹੁੰਦਾ ਉਹਦੇ ਵਿੱਚੋਂ ਹੀ ਪ੍ਰੈਸ ਕਰ ਦਿੰਦੇ ਆ ਵੀ ਤੁਸੀਂ ਸੁਣ ਲਓ ਸ਼ੋਅ ਨਾਲ ਦੇਖੀ ਜਾਓ ਮੈਂ ਜਵਾਬ ਨਹੀਂ ਦੇ ਸਕਦਾ ਪਰ ਮੈਂ ਸ਼ੋਅ ਕਰ ਰਿਹਾ ਉਹ ਇਹ ਕਿ ਵਧੀਆ ਬੰਦਾ ਹੈ ਦੋ ਮਿੰਟ ਦੋ ਮਿੰਟ ਰਹਿ ਗਏ ਆ। ਦੇਖੋ ਮੈਂ ਪਹਿਲਾਂ ਸੀ ਟਾਈਮ ਸਿਰ ਟਾਈਮ ਦੇ ਬੱਗੇ ਸੀ ਮੁਹੱਲੀ ਤੋਂ ਵੀ ਕਾਫਲਾ ਪਹਿਲਾਂ ਵੀ ਬਿਨਾਂ ਕਿਸੇ ਨੂੰ ਲੀਕੇ ਮੈਂ ਪਹਿਲਾਂ ਵੀ ਮੈਂ ਇਹਦੀ ਕਹਾਣੀ ਸੁਣਾ 2 ਮਿੰਟ ਹੈਗੇ ਆਪਣੇ ਕੋਲ ਮੈਂ ਜਦੋਂ ਮਿਡਲ ਸੈਕਸ ਵੱਲੋਂ ਖੇਡਣ ਗਿਆ ਨਾ ਉਦੋਂ 60,000 ਪਾਉਂਡ ਦਾ ਕੰਟਰੈਕਟ ਸੀ ਬੜਾ ਵੱਡਾ ਕੰਟਰੈਕਟ ਸੀ ਜਿਹੜਾ ਗੋਰੇ ਨੇ ਦਵਾਇਆ ਮੈਨੂੰ ਜੌਨ 3 ਮਹੀਨੇ ਅਸੀਂ ਜਾਂਦੇ ਹੁੰਦੇ ਜੂਨ ਜੁਲਾਈ ਅਗਸਤ ਉਹ ਕ੍ਰਿਕਟ ਦਾ ਸੀਜ਼ਨ ਨਹੀਂ ਹੁੰਦਾ ਤੇ ਮੈਂ ਉਹਨੂੰ ਥੈਂਕ ਯੂ ਕਰਨ ਜਾਣਾ ਸੀ ਵੀ ਬੜਾ ਵਧੀਆ ਕੰਟਰੈਕਟ ਮੈਂ ਖੁਸ਼ ਹਾਂ ਲੈਂਡ ਰੂਮ ਨੂੰ ਵੀ ਥਾਂ ਚੱਲੀ ਤੇ ਮੈਂ ਉਹਨੂੰ ਇੱਕ ਪੱਬ 'ਚ ਮਿਲਣਾ ਸੀ ਜਦੋਂ ਮੈਂ ਪੱਬ 'ਚ ਪਹੁੰਚਿਆ ਉਹਦਾ ਨਾਮ ਸੀ ਜੌਨ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਸ ਤਰ੍ਹਾਂ ਗਾਇ ਕਾਲਡ ਜੌਨ ਹੋ ਰਿਹਾ ਕਹਿੰਦਾ ਉਹ ਸਿਟਿੰਗ there ਮੈਂ ਜਾ ਕੇ ਟੇਬਲ ਦੇ ਉੱਤੇ ਕਾਗਜ਼ ਪਏ ਮੈਂ 2 ਮਿੰਟ ਲੇਟ ਸੀ ਟੇਬਲ ਦੇ ਉੱਤੇ ਕਾਗਜ਼ ਲਗਾਏ ਲਰਨ ਟੂ ਰਿਸਪੈਕਟ ਅਦਰ ਪੀਪਲਸ ਟਾਈਮ ਆਈ ਐਮ ਗੋਇੰਗ ਪੂਰੇ ਡਾਟ ਟਾਈਮ ਦੇ ਉੱਤੇ ਲਿਖ ਕੇ ਪਾਰ ਗਿਆ ਮੈਂ ਕਿਹਾ ਯਾਰ ਮੇਰੇ ਤਾਂ ਪਾਉਂਡ ਵੀ ਗਏ ਨਾਲ ਹੀ ਹੋਣੇ ਫਿਰ ਉਹਨੂੰ ਮੈਂ ਮਨਾਉਂਦਾ ਰਿਹਾ ਬਟ ਉੱਥੋਂ ਇੰਨਾ ਕੁ ਸਿੱਖਿਆ ਕਿ ਕਿਸੇ ਦੇ ਟਾਈਮ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਕੋਈ ਐਮਰਜੈਂਸੀ ਆ ਜਾਏ ਕੋਈ ਐਕਸੀਡੈਂਟ ਹੋ ਜਾਏ ਉਹ ਗੱਲ ਵੱਖਰੀ ਹੈ ਲੇਕਿਨ ਯੂ ਹੈਵ ਟੂ ਰਿਸਪੈਕਟ ਅਦਰ ਪੀਪਲਸ ਟਾਈਮ ਇਹ ਮੈਂ ਇੰਗਲੈਂਡ ਸਿੱਖਿਆ ਮਿਡਲ ਸੈਕਸ 1981 ਉਹ ਕਾਉਂਟੀ ਖੇਡਦੇ ਨੇ ਅੱਛਾ ਨਹੀਂ ਮੈਂ ਪਿਛਲੀ ਵਾਰੀ ਵੀ ਕਰਕੇ ਬੜੀ ਵਧੀਆ ਅਵੇਅਰ ਪ੍ਰੈਸ ਹੈ ਬਹੁਤ ਹੀ ਅਵੇਅਰ ਪ੍ਰੈਸ ਲਓ ਜੀ ਕਰੀਏ ਸ਼ੁਰੂ ਇਸ ਤਰ੍ਹਾਂ ਭਾਈਜਾਨ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਬੜੀਆਂ ਅੱਛੀਆਂ ਯਾਦਾਂ ਨੇ ਬਠਿੰਡੇ ਦੀਆਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਥੀਆਂ ਦਾ ਜਿਹੜੇ ਅੱਜ ਇੱਥੇ ਬੈਠੇ ਆ ਇਹ ਜਿੰਨਾ ਕਾਂਗਰਸ ਨੂੰ ਪਿਆਰ ਕਰਦੇ ਆ ਉਸ ਤੋਂ ਵੱਧ ਸ਼ਾਇਦ ਪੰਜਾਬ ਨੂੰ ਪਿਆਰ ਕਰਦੇ ਕੁਝ ਅਰਸਾ ਪਹਿਲਾਂ ਔਰ ਮੈਂ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ ਉਦੋਂ 2-3 ਦਿਨਾਂ ਬਾਅਦ ਹੀ ਨਿਕਲ ਗਿਆ ਸੀ ਬਾਹਰ ਇਹ ਇਹਨਾਂ ਸਾਥੀਆਂ ਦੀ ਬਦੌਲਤ ਹੈ ਜੋ 7-8 ਆਏ ਪਹਿਲਾਂ ਮੇਰੇ ਕੋਲ ਸਿੱਧੂ ਸਾਹਿਬ ਮਿਲਣਾ ਹੈ ਅੱਗੇ ਅਸੀਂ ਅੱਗੇ ਵਧਣਾ ਚਾਹੁੰਦੇ ਆ ਕਾਂਗਰਸ ਹਾਰੀ ਹੈ ਪਰ ਮਰੀ ਨਹੀਂ ਇਹ ਇਹਨਾਂ ਦਾ ਡਾਇਲੋਗ ਹੈ ਇਹਨਾਂ ਚੋਂ 2-4 ਬੰਦਿਆਂ ਨੇ ਮੈਨੂੰ ਕਿਹਾ ਸੀ ਤੇ ਵਧੀਆ ਅੱਗੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੁੱਦਿਆਂ ਦੀ ਪਹਿਰੇਦਾਰੀ ਕਰੀ ਜਿਹੜਾ ਲਾਈਕ ਮਾਈਂਡਡ ਆਦਮੀ ਮੁੱਦਿਆਂ ਦੀ ਪਹਿਰੇਦਾਰੀ ਕਰਨਾ ਚਾਹੁੰਦਾ ਮੈਨੂੰ ਬੁਲਾਉਣਾ ਚਾਹੁੰਦਾ ਮੈਂ ਉੱਥੇ ਆਉਂ ਤੁਸੀਂ ਮੇਰੇ ਕੋਲ ਆਓ ਆਪਾਂ ਪੰਜਾਬ ਦੇ ਲੋਕਾਂ ਦੇ ਪ੍ਰੋਬਲਮ ਦੇ ਮਸਲਿਆਂ ਦੇ ਹੱਲ ਦੇ ਔਰ ਉਹਦੇ ਲਈ ਇੱਕ ਬੜੀ ਹੀ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਪਲੇ ਕਰੀ ਸਰਕਾਰ ਨੂੰ ਅਕਾਊਂਟੇਬਲ ਬਣਾਈਏ ਔਰ ਇੱਕ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਕਹੀਏ ਵੀ ਦੱਸੋ ਭਾਈ ਜੇ ਪੰਜਾਬ ਦੇ ਲੋਕ ਤੁਹਾਡੇ ਹਿੱਸੇਦਾਰ ਨੇ ਭਾਗੀਦਾਰ ਨੇ ਤੇ ਤੁਸੀਂ ਉਹਨਾਂ ਨੂੰ ਦੱਸੋ ਆਹ ਮੁੱਦੇ ਨੇ ਅੱਜ ਵੀ ਮੈਂ ਬੜੇ 2 ਅਹਿਮ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਆ ਬਹੁਤ 2 ਅਹਿਮ ਮੁੱਦਿਆਂ ਔਰ ਆਗਾਹ ਕਰਨਾ ਆ ਕਿ ਸਾਡੀ ਵਿੱਤੀ ਜਿਹੜੀ ਹਾਲਤ ਹੈ ਉਹਦੇ ਉੱਤੇ ਸਵਾਲ ਉੱਠ ਰਹੇ ਨੇ ਅੱਜ ਵਿਜ ਸਾਹਿਬ ਦੀ ਸਟੇਟਮੈਂਟ ਆਈ ਹੈ ਤੁਸੀਂ ਸਾਰਿਆਂ ਨੇ ਉਹ ਸਟੇਟਮੈਂਟ ਦੇਖੀ ਹੈ ਕੁਝ ਆਈਐਸ ਆਫੀਸਰ ਆਪਣਾ ਵੇਰਵਾ ਦੇ ਕੇ ਆਇਆ ਉੱਤੇ ਸੈਂਟਰ ਦੀ ਸਰਕਾਰ ਕਿ ਵੀ ਆਰ ਹੈਡਡ ਟੁਵਰਡਸ ਅ ਫਾਈਨੈਂਸ਼ੀਅਲ ਐਮਰਜੈਂਸੀ ਇਹ ਸਾਰਾ ਕੁਝ ਠੀਕ ਹੈ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਚੋਂ ਹੱਲ ਨਿਕਲਦੇ ਔਰ ਮੈਂ ਹਮੇਸ਼ਾ ਪ੍ਰੋਬਲਮਸ ਨਾਲੋਂ ਜ਼ਿਆਦਾ ਹੱਲਾਂ ਦੀ ਗੱਲ ਕੀਤੀ ਕਿ देयर इज अ सॉल्यूशन हर मुश्किल का हल होता है आज नहीं तो कल मैं ਅੱਜ ਵੀ ਉਸੇ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ ਮੇਰੇ ਸਾਥੀ ਉਦੋਂ ਵੱਧ ਕਰ ਰਹੇ ਇਹ ਜਿੰਨੇ ਨੇ
ਇਹ ਸ਼ਾਇਦ ਮੇਰੇ ਰੋਲ ਨਾਲੋਂ ਇਹਨਾਂ ਦਾ ਵੱਡਾ ਰੋਲ ਹੈ। ਆਂਦੇ ਸਾਰ ਮੈਨੂੰ 4 ਬੰਦਿਆਂ ਨੇ ਕਿਹਾ, ਮੈਂ ਉਹ ਵੀ ਤਾਰੀਫ ਕਰਨਾ ਚਾਹੁੰਦਾ। ਆਪੋਜੀਸ਼ਨ ਦਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਗਾਲਾਂ ਕੱਢੀ ਜਾਓ। ਆਂਦੇ ਸਾਰ ਇੱਥੇ ਲੋਕਾਂ ਨੇ ਕਿਹਾ ਕਿ ਜੀ ਅਸੀਂ 4.5 ਘੰਟੇ 'ਚ ਪਹੁੰਚਦੇ ਹੁੰਦੇ ਬਠਿੰਡੇ, ਅੱਜ 2 'ਚ ਪਹੁੰਚ ਗਏ। ਮੈਂ ਰਿਅਲਾਈਜ਼ ਕੀਤਾ ਵੀ 4.5 ਘੰਟੇ 'ਚ ਪਹੁੰਚਦੇ ਹੁੰਦੇ ਬਠਿੰਡੇ, ਤੇ ਅੱਜ ਅਸੀਂ ਵੀ ਪੌਣੇ 2 ਘੰਟੇ 'ਚ। ਹਰ ਬੰਦਾ ਸਰਪ੍ਰਾਈਜ਼ਡ ਹੈ ਯਾਰ ਵੀ ਅਸੀਂ 4 ਘੰਟੇ ਪਹੁੰਚਦੇ ਹੁੰਦੇ, ਅੱਜ 2 ਘੰਟੇ ਪਹਿਲਾਂ ਕਿਵੇਂ ਪਹੁੰਚ ਗਏ। ਇਹ ਜਿਹੜੇ ਹਾਈਵੇ ਬਣਾਏ ਆ ਗਡਕਰੀ ਸਾਹਿਬ ਨੇ, ਦੇ ਨੀਡ ਟੂ ਬੀ ਕੰਪਲੀਮੈਂਟਡ। ਪਹਿਲੀ ਗੱਲ, ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਆਪੋਜੀਸ਼ਨ 'ਚ ਹੋਵੇ ਤੇ ਉਹਨੂੰ ਨਿੰਦੀ ਜਾਓ। ਆਈ ਮਸਟ ਕੰਪਲੀਮੈਂਟ ਕਿ ਉਹਨਾਂ ਨੇ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ, ਔਰ ਮੈਂ ਇਹ ਗੱਲ ਦੇਖੋ ਕਿੱਦਾਂ ਨਿਕਲੀ ਹੈ, ਇੱਕ ਟਰੈਵਲ 'ਚ ਨਿਕਲੀ। ਜਦੋਂ ਤੁਸੀਂ ਸੱਤਾ ਹਾਸਲ ਕਰਨ ਲਈ ਝੂਠ ਬੋਲ ਦਿੰਦੇ ਹੋ ਕਿ ਜੀ ਮੈਂ ਕੁਝ ਵੀ ਬੋਲ ਦਿਆਂ ਬਸ ਸੱਤਾ ਮਿਲ ਜੇ ਮੈਨੂੰ, ਉਹ ਗਲਤ ਹੈ। ਲੇਕਿਨ ਜਦੋਂ ਤੁਸੀਂ ਕੁਝ ਐਸਾ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੀ ਔਰ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ, ਇਹ ਜ਼ਿੰਦਗੀ ਬਦਲੀ ਕਿ ਨਹੀਂ? 2.5 ਘੰਟੇ ਬਚੇ ਸਾਹਿਬ, ਤਾਂ ਮੈਂ ਤਾਰੀਫ ਕਰਦਾ। ਲੇਕਿਨ ਅੱਜ ਕੁਝ ਵਾਅਦੇ ਐਸੇ ਹੋਏ ਨੇ ਜਿਹੜੇ ਕਿ ਬਲੇਟੈਂਟ ਗੋਇੰਗ ਬੈਕ ਔਨ ਯੋਰ ਵਰਡ ਆਫ ਆਨਰ, ਬਲੇਟੈਂਟ ਬਿਟਰੇਅਲ ਆਫ ਪੰਜਾਬ। ਮੈਂ 2 ਗੱਲਾਂ ਵੱਲ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ। ਇੱਕ, ਸਾਡੀ ਫਾਈਨੈਂਸ਼ੀਅਲ ਪੋਜੀਸ਼ਨ, ਸਾਡੀ ਵਿਗੜਦੀ ਵਿੱਤੀ ਹਾਲਤ, ਉਹਨਾਂ ਦੇ ਵਿੱਚ ਇੱਕ ਫ੍ਰੀ ਬੀਜ਼ ਜਿਹੜੀਆਂ ਨੇ ਇਹ ਕਿਤੇ ਪੰਜਾਬ ਨੂੰ ਦਿਵਾਲੀਆ ਨਾ ਕਰ ਦੇ। ਇਹ ਚਿੰਤਾ ਹਰੇਕ ਦੀ ਜਾਇਜ਼ ਹੈ। ਔਰ ਦੂਸਰਾ, ਬਿਜਲੀ ਮਾਫ ਕਰਨਾ, ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ, ਤੁਸੀਂ ਅਨਾਉਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਦੀ। ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਕਿਹਾ। ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ? ਕਿਉਂਕਿ ਐਸਸੀ ਭਾਈਚਾਰੇ ਨੂੰ, ਐਸਟੀ ਭਾਈਚਾਰੇ ਨੂੰ, ਫਰੀडम ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫਰੀ ਦਿੰਦੇ ਸੀ। 2 ਮਹੀਨਿਆਂ ਦੇ 400 ਮਿਲਦੇ ਸੀ, ਤੁਸੀਂ 600 ਦੇਤੇ ਤੇ ਕਿਹੜਾ ਮਾਰਕਾ ਮਾਰਿਆ? ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆ, ਤੇ ਅੱਜ ਤੁਸੀਂ ਮੁਕਰ ਗਏ ਹੋ, ਸ਼ਰੇਆਮ ਮੁਕਰ ਗਏ ਹੋ ਔਰ ਬਸ਼ਰਮੀ ਨਾਲ ਮੁਕਰ ਗਏ ਹੋ। ਇੱਥੋਂ ਪਤਾ लगता है कि कुछ तो रही होंगी उनकी भी मजबूरियां, यूं ही चाह के तो कोई बेवफा नहीं होता। मजबूरियां की ने? मजबूरियां ये ने भी PSPCL दे उत्ते 17,000 करोड़ रुपये का करजा साहब जिहड़ा बैंकां तो लिया, सरकार की देनदारी उन्होंने 20,000 करोड़ तो उत्ते है। ते मैं एक आर्टिकल पढ़ रहा सी, 500 करोड़ रुपये तनख्वाह देण नूं लैके करजा बोर्ड के अधिकारियों नूं दिता गया। सोच के तो वेखो किहड़ी सिचुएशन दे विच असीं। ये पहली बार है, अज ये पहली बार है कि जिहड़ा पंजाब जाणिया जांदा सीगा जी नंबर 1 परमवीर चक्कर जिते, नंबर 1 इन ग्रीन रेवोल्यूशन, नंबर 1 वाइट रेवोल्यूशन, पहाड़ा डैम नंबर 1। अज साडा 55% GDP का हिस्सा, 55% ऑफ आवर GDP इज डेट रिडन। मतलब आम बंदे नूं जे समझाना होवे, किसी पंजाबी दे नाल कॉन्वरसेशन करनी होवे ते बड़ी गल साफ है कि 55% अपनी पंजाबियों की सारी आमदन रला के करजे चारी, विच इज अलार्मिंग, क्योंकि ये हाईएस्ट है इंडिया च। अज असी जाने जाने कि करजे दे विच साडी GDP नंबर 1, विच इज शॉकिंग। मैं पूछना चाहना, और मैं स्पेसिफिक सवाल ने कुछ लिखे भी सी कि भाई सरकार ये दसे और पारदर्शिता दे नाल दसे भी 6,000 करोड़ रुपये कित्थों ले आए। ये 6,000 करोड़ रुपये लगने हैं, जिहड़े 600 यूनिट डिस्क्रिमिनेशन नाल दिते है, सारिਆਂ ਨੂੰ ਦਿੰਦੇ ਤੇ ਫਿਰ ਤੇ बिल्कुल ही गल ही खत्म हो जाती ना। फिर तो मतलब ये नालों 70% आबादी बाहर कटती। की तुसी कोई पॉलिसी बनाई सी जिहदी कोई बजटरी एलोकेशन? मैं रोंदा रहा पहले दिन तो, और कहता रहा पुछो पैसे कित्थों आए, दसो
ਤੁਸੀਂ ਕੋਈ ਪਾਲਿਸੀ ਇਹ ਜੀ ਤੈਅ ਕੀਤੀ ਸੀ ਇਹ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਜਿਹਦੇ 'ਚ ਤੁਹਾਡੀ ਉਹ ਪਾਲਿਸੀ ਦੇ ਵਿੱਚ ਬਜਟਰੀ ਐਲੋਕੇਸ਼ਨ ਹੋਵੇ ਔਰ ਬਜਟਰੀ ਐਲੋਕੇਸ਼ਨ ਕਿੱਥੋਂ ਆਣੀ ਹੈ ਉਹਦਾ ਕੋਈ ਵੇਰਵਾ ਹੋਵੇ? ਦੱਸੋ ਸਾਰੇ ਪੰਜਾਬ ਨੂੰ ਵੀ ਤੁਸੀਂ ਕਿੱਥੋਂ ਲਿਆਓਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ। ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਹੀਂ ਅਨਾਉਂਸਮੈਂਟ ਕੀਤੀ। ਜੇ 8 ਜੁਲਾਈ ਨੂੰ ਕਰਨੀ ਤੁਸੀਂ 7 ਜੁਲਾਈ ਨੂੰ ਕਹਿ ਦਿੰਦੇ ਵੀ ਭਾਈ 8 ਨੂੰ ਕਰ ਰਹੇ ਹੋ। ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਇਲੈਕਸ਼ਨ ਲੜਨੇ ਚਾਹੁੰਦੇ ਆ। ਇਸ ਕਰਕੇ 3 ਮਹੀਨੇ ਪਹਿਲਾਂ ਅਨਾਉਂਸਮੈਂਟਾਂ ਕਰ ਰਹੇ ਹੋ। ਵੈਸੇ ਤੇ ਤੁਹਾਡੀ ਹਰੀ ਪੈਨ ਦੀ ਸਿਆਹੀ ਮੁੱਕ ਗਈ, ਹੁਣ ਤੇ ਨੀਲੇ ਪੈਨਾਂ ਦੀ ਗੱਲ ਕਰਦੇ ਹੋ ਤੁਸੀਂ। ਗੱਲ ਸਮਝੋ ਨਾ ਕਿ ਅੱਜ ਤੁਸੀਂ ਕਰੋੜਾਂ ਰੁਪਇਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ ਦੇ ਰਹੇ ਹੋ। ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਲਵਾਓ? ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਝ ਕਰ ਰਹੇ ਹੋ। ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਜਿਹੜੇ ਕਹਿੰਦੇ ਹੁੰਦੇ ਕਾਰਪੋਰੇਸ਼ਨ ਬਣਾਵਾਂਗੇ, ਉਹ ਅੱਜ ਦੀਪ ਮਲਹੋਤਰੇ ਵਰਗੇ ਬੰਦਿਆਂ ਨਾਲ ਸਾਰੀ ਦਿੱਲੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਤੀ ਸ਼ਰਾਬ ਦੀ। ਮੈਂ ਕੋਈ ਉਹਦੇ ਹੱਕ 'ਚ ਨਹੀਂ, ਬਟ ਸਭ ਤੋਂ ਵੱਧ ਪੈਸੇ ਉੱਥੋਂ ਨਿਕਲਦੇ ਆ। 20,000 ਕਰੋੜ ਰੁਪਈਆ ਮੈਂ ਉੱਥੋਂ ਕੱਢ ਦੂੰ ਤੇ 30,000 ਕਰੋੜ ਰੁਪਈਆ ਮੈਂ ਕਰਪਸ਼ਨ ਬੰਦ ਕਰਕੇ ਕੱਢ ਦੂੰ। ਫਿਰ ਕੱਢ ਲੈ ਭਾਈ, ਫਿਰ ਦੇ ਦੇਣੇ ਸੀ ਸਾਰੀ ਕੈਟਾਗਰੀ ਨੂੰ। ਫਿਰ ਜਨਰਲ ਕੈਟਾਗਰੀ ਨੂੰ ਇਹ ਕੈਟਾਗਰਾਈਜ਼ ਕਿਉਂ ਕਰਤਾ ਪੰਜਾਬ ਤੇ ਜਾਤ ਪਾਤ ਮੰਨਦਾ ਹੀ ਨਹੀਂ। ਪੰਜਾਬ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਕੱਢ ਭਾਈ 20,000 ਕਰੋੜ ਰੁਪਇਆ। ਮੈਂ ਚੈਲੰਜ ਕਰਦਾ ਜਦ ਤੱਕ ਠੇਕੇਦਾਰੀ ਸਿਸਟਮ ਹੈ ਪੰਜਾਬ 'ਚ, ਤੂੰ 200 ਕੱਢ ਕੇ ਖਾ। ਪਹਿਲੇ ਦਿਨ ਤੋਂ ਕਹਿੰਦਾ ਸੀਗਾ ਵੀ ਠੇਕੇਦਾਰੀ ਸਿਸਟਮ 'ਚ ਜਿੱਦਨ ਤੇਲੰਗਾਨਾ ਨੇ ਕੀਤੇ 10 ਕਰੋੜ ਨਿਕਲੇ ਸੀ। ਜਿੱਦਨ ਠੇਕੇਦਾਰੀ ਸਿਸਟਮ ਅਬੋਲਿਸ਼ ਕਰਕੇ ਸੈਂਡ ਦਾ ਕੰਟਰੋਲ ਲਿਆ ਤੇ ਪਹਿਲੇ ਸਾਲ 400 ਕਰੋੜ, ਦੂਜੇ 700, ਤੀਜੇ 1200 ਤੇ 4 ਸਾਲਾਂ 2400। ਇਸੇ ਤਰ੍ਹਾਂ ਤੁਸੀਂ ਠੇਕੇਦਾਰ ਬਿਠਾਤੇ 2-2 ਜ਼ੋਨ ਦੀ ਪਾਲਿਸੀ, 4-4 ਜ਼ੋਨ ਦੇ ਵਿੱਚ ਦਿਲ ਕਰੀ। ਤੁਸੀਂ ਕਹਿੰਦੇ ਸੀ ਪ੍ਰਾਈਵੇਟਾਈਜ਼ ਨਹੀਂ ਕਰੀ, ਸਾਰੀ ਦਿੱਲੀ ਦੇ ਗਲੀ ਸ਼ਰਾਬ ਵੇਚਣ ਲਾਤੀ ਤੁਸੀਂ ਪ੍ਰਾਈਵੇਟਾਈਜ਼। ਤੇ ਕਿਹੜੀ ਪਾਲਿਸੀ ਹੈ ਤੁਹਾਡੀ ਸ਼ਰਾਬ ਨੀਤੀ? ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਅੱਜ 1 ਮਹੀਨਾ ਹੋਇਆ ਭਾਈ ਸਰਕਾਰ ਨੂੰ ਵੱਧ ਦਿਓ, ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ। ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ, ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ। ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ, ਮੇਰਾ ਮਾਲ, ਮੇਰਾ ਬਿਜ਼ਨਸ ਮਹਿਫੂਜ਼ ਰਹੇ। ਖਾਸ ਤੌਰ ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ? ਅਗਲੇ ਬਿਜ਼ਨਸ ਚਾਹੁੰਦੇ ਆ, ਅਗਲੇ ਅਮਨ ਮਾਨ ਚਾਹੁੰਦੇ ਆ, ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ। ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ, ਕਿਤੇ ਕਬਜ਼ੇ ਚੱਲੀ ਜਾਂਦੇ ਆ, ਕਿਤੇ ਫਰੌਤੀਆਂ ਹੋਈ ਜਾਂਦੀਆਂ ਨੇ, ਕਬੱਡੀ ਜੇਲ੍ਹਾਂ 'ਚ ਚੱਲੀ ਜਾਂਦੀ ਹੈ। ਹਾਂਜੀ, ਹਰ ਰੋਜ਼ ਮੈਂ ਦੇਖਦਾ ਕਦੇ ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਸੇ ਵਰਕਰ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਕਬਜ਼ੇ ਚੱਲੀ ਜਾਂਦੇ ਆ। ਇਹ ਲਾਅ ਐਂਡ ਆਰਡਰ ਹੈ? ਕੋਈ ਐਕਸਪਲੇਨ ਕਰਦੇ ਮੈਨੂੰ, ਇਹ ਲਾਅ ਐਂਡ ਆਰਡਰ ਹੈ? ਦੂਸਰੀ ਗੱਲ ਇਹ ਹੈ ਕਿ ਜਦੋਂ ਫਾਈਨੈਂਸ਼ੀਅਲ ਸਥਿਤੀ ਦੀ ਮੈਂ ਗੱਲ ਕਰਦਾ, ਤੁਸੀਂ ਇਨਕਮ ਕਿੱਥੋਂ ਜਨਰੇਟ ਕਰ ਰਹੇ ਹੋ ਭਾਈ ਦੱਸੋ? ਕਿਉਂਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਿਹਾ ਨਹੀਂ। ਤੁਸੀਂ ਤਾਂ ਕਿਹਾ ਪਹਿਲੇ ਦਿਨ 24 ਘੰਟੇ ਬਰਗਾੜੀ, ਨਾਲ ਦੀ ਨਾਲ ਬਰਗਾੜੀ ਦਾ ਇਨਸਾਫ ਕਰਨ ਵਾਸਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਕਿਹਾ ਨਹੀਂ ਕਿਹਾ ਨੇ? ਹਾਂਜੀ। ਫਿਰ ਕਿਸਾਨਾਂ ਦੀ ਗੱਲ, ਤੁਹਾਨੂੰ ਪਤਾ ਹੀ ਨਹੀਂ ਖੇਤੀਬਾੜੀ ਹੁੰਦੀ ਕਿ ਉੱਥੇ 4 ਖੇਤ ਨੇ। ਠੀਕ ਹੈ, 50,000 ਅਸੀਂ ਕੰਪਨਸੇਸ਼ਨ ਦੇਵਾਂਗੇ, ਠੀਕ ਹੈ। ਝਾੜ 20 ਤੋਂ 50% ਘਟ ਗਿਆ। ਨੰਬਰ 1। ਨੰਬਰ 2, ਇਹ ਸਾਡੀ ਕਿਸਮਤ ਚੰਗੀ ਹੈ
ਕਿ ਝਾੜ ਘਟਣ ਦੇ ਬਾਵਜੂਦ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਕਰਕੇ ਕਣਕ ਦੀ ਇੰਨੀ ਸ਼ਾਰਟੇਜ ਹੈ ਕਿ ਸਾਰਾ ਵਰਲਡ ਕਣਕ ਖਰੀਦਣ ਨੂੰ ਤਿਆਰ ਹੈ। ਭਾਵੇਂ ਦਾਣਾ ਛੋਟਾ ਹੈ ਪਰ ਕਣਕ ਅੱਜ ਵੀ 3500 ਤੋਂ 4000 ਦੀ ਵਿਕਦੀ ਹੈ। ਦੱਸੋ ਤੁਸੀਂ ਕਿੱਥੇ ਭਾਗੀਦਾਰ ਬਣਾਇਆ, ਕਿੱਥੇ ਹਿੱਸੇਦਾਰ ਬਣਾਇਆ ਕਿਸਾਨ ਨੂੰ? 8 ਵਾਰ ਮੈਂ ਕਿਹਾ ਫਿਰ ਮੀਟਿੰਗ ਕੀਤੀ ਹੈ, ਠੀਕ ਹੈ, ਕਿੱਥੇ ਹਿੱਸੇਦਾਰ ਬਣਾਇਆ ਭਾਈ? 500 ਰੁਪਏ ਮਿਨੀਮਮ ਬੋਨਸ ਹੋਣਾ ਚਾਹੀਦਾ। ਤੁਸੀਂ 1500 ਕਮਾਉਨੇ ਹੋ। ਈਜਿਪਟ ਦੇ ਨਾਲ 18000 ਕਰੋੜ ਰੁਪਏ ਦਾ ਕੰਟਰੈਕਟ ਸਾਈਨ ਕੀਤਾ ਹੈ ਅਡਾਨੀ ਸਾਹਿਬ, ਤੇ ਹਰਿਆਣਾ ਕਹਿੰਦਾ ਸਾਰਾ ਚਕਾ ਦਿਓ ਜੀ ਉਹਨਾਂ ਨੂੰ। ਉਹ ਸਟੋਰੇਜ ਕਰਦਾ, ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ, ਆਈ ਐਮ ਕੈਟੇਗੋਰੀਕਲੀ ਸੇਇੰਗ ਇਟ, ਮੈਕਸਿਮਮ ਸਪੋਰਟ ਪ੍ਰਾਈਸ ਦਿੱਤੀ ਜਾਂਦੀ ਹੈ। ਵਾਟ ਇਜ਼ ਮੈਕਸਿਮਮ ਸਪੋਰਟ ਪ੍ਰਾਈਸ? ਕਿ ਭਾਈ ਤੂੰ 15% ਸਟੋਰੇਜ ਕਰ ਲੈ, ਤੈਨੂੰ 100% ਦਾ ਕਿਰਾਇਆ ਦਿਆਂਗੇ। ਦੱਸੋ ਹਨੇਰ FCI ਦੇ ਗੋਡਾਊਨਾਂ ਦੇ ਵਿੱਚ ਸਟੋਰੇਜ ਹੈ, ਤੂੰ 15% ਸਟੋਰੇਜ ਕਰ, ਤੈਨੂੰ 100% ਦਾ ਕਿਰਾਇਆ ਪੱਕਾ, ਤੇ ਕਿਸਾਨ ਨੂੰ ਮਿਨੀਮਮ ਸਪੋਰਟ ਪ੍ਰਾਈਸ। ਦਿਸ ਇਜ਼ ਦੀ ਆਈਰਨੀ ਆਫ ਦ ਸਿਚੁਏਸ਼ਨ। ਤੁਸੀਂ ਕਿਸਾਨ ਦੀ MSP 9% ਵਧਾਈ, ਡੀਜ਼ਲ ਦੇ ਰੇਟ 100% ਵਧਾਤੇ 40 ਤੋਂ 93, ਤੇ ਤੁਸੀਂ 4 ਸਾਲਾਂ ਦੇ ਵਿੱਚ MSP 160 ਰੁਪਏ ਵਧਾਈ 40 ਰੁਪਏ। DAP ਦੀ ਖਾਦ ਨਕਲੀ ਮਿਲਦੀ ਹੈ ਅਸਲੀ ਲਿਫਾਫਿਆਂ 'ਚ, ਤੁਸੀਂ ਰੇਟ ਦੁੱਗਣੇ ਕਰਤੇ, 2 ਰੁਪਏ ਦੇ ਕੇ 20 ਖੋਲੇ। ਇਹ ਇਨਸਾਫ ਹੈ? ਐਟਲੀਸਟ ਅੱਜ ਇੰਨਾ ਤਾਂ ਕਰੋ ਯਾਰ, ਵੀ ਉਹਨੂੰ 500 ਰੁਪਏ ਦਿਓ ਜੇ ਤੁਸੀਂ 1500 ਕਮਾ ਰਹੇ। ਜੇ ਤੁਸੀਂ ਮਾਰਕੀਟ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦੇ ਤੇ ਭਾਈ ਬਾਰਡਰ ਪਾਰ ਸਾਡੀ ਕਣਕ ਜਾਣ ਦਿਓ, ਨਾ ਜਾਣ ਦਿਓ ਬੰਦਾ ਭਾਈ, ਲਾ ਲਓ ਸਕੈਨਰ। 35 ਦੇਸ਼ ਨੇ, ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ। 2000 ਦੀ ਕਣਕ 3500 ਦੀ ਵਿਕੂ, ਉੱਥੇ 4000 ਦੀ, 3000 ਦੀ ਬਾਸਮਤੀ ਸਾਹਿਬ, 7000 ਦੀ, 5 ਰੁਪਏ ਦਾ ਮਟਰ, 50 ਦਾ, 25 ਰੁਪਏ ਦਾ ਅਦਰਕ, 150 ਦਾ, 55 ਰੁਪਏ ਦਾ ਦੁੱਧ, 150 ਦਾ। ਦੱਸੋ ਇਹ ਜੀ ਕਿਹੜੀ ਦੁਨੀਆ ਦੀ ਮਾਰਕੀਟ ਹੈ ਸਾਹਿਬ? ਲੇਕਿਨ ਤੁਸੀਂ ਸਾਡਾ ਸਮਾਨ ਚੱਕਦੇ ਹੋ 2100 ਕਿਲੋਮੀਟਰ ਅਡਾਨੀ ਸਾਹਿਬ ਦੇ ਪੋਰਟ ਤੇ ਲੈ ਜਾਂਦੇ, 2100 ਕਿਲੋਮੀਟਰ, 22 ਕਿਲੋਮੀਟਰ ਦਾ ਰਸਤਾ ਹੀ ਪੜ, 2100 ਕਿਲੋਮੀਟਰ। ਫਿਰ ਉਹਦੇ ਪੋਰਟ ਦੇ ਉੱਤੇ ਸਾਰਾ ਵਾਹਵਾਈ ਹੁੰਦੀ ਹੈ, ਫਿਰ ਉੱਥੋਂ ਫਿਰ ਦੁਬਈ ਕਿਤੇ ਜਾਂਦਾ। ਵਾਈ? ਕਰਾਚੀ ਵਾਂਬੇ ਖੁੱਲਾ ਅਮੀਰਾਂ ਦੇ, ਭਾਈ ਫਿਰੋਜ਼ਪੁਰ, ਇੱਥੇ ਯੂਰਪ ਤਹਿਸ ਨਹਿਸ ਹੋ ਗਿਆ ਸੀ, ਇਰੇਸ ਟੂ ਦ ਗਰਾਊਂਡ, ਯੂਰਪ ਖਤਮ ਹੋ ਗਿਆ ਸੀ, ਬਾਰਡਰ ਖੋਲੇ, ਸਾਰਾ ਕੁਝ ਚੱਲ। ਇਹ ਸੋਲੂਸ਼ਨਸ ਨੇ ਸਾਹਿਬ, ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਅੱਜ 70000 ਬੰਦੇ ਇੱਥੇ ਕਰਤਾਰਪੁਰ ਜਾਏ, ਕੀ ਹੋ ਗਿਆ ਜੀ? ਹਾਂਜੀ ਕਲਰ ਸਾਹਿਬ, ਅੱਜ ਸਮਝੋ ਮੇਰੀ ਗੱਲ। ਦੂਜੀ ਚੀਜ਼ ਮੈਂ ਹੁਣ ਤੁਹਾਨੂੰ ਆਗਾਹ ਕਰ ਰਿਹਾ ਅੱਜ, ਵੀ ਅੱਜ ਦੀ ਡਿਮਾਂਡ ਬਿਜਲੀ ਦੀ, ਔਰ ਮੈਂ ਤੁਹਾਨੂੰ ਪੂਰਾ ਕੈਟੇਗਰੀਕਲੀ ਵਿਦ ਫਿਗਰਸ ਦੇਵਾਂਗਾ। ਅੱਜ 7,500 ਦੀ ਡਿਮਾਂਡ ਚੱਲਦੀ ਹੈ ਸਾਹਿਬ, ਤੇ ਕੱਟ ਦੇਖ ਲਓ, ਪੁੱਛ ਲਓ ਪਿੰਡਾਂ ਦੇ ਵਿੱਚ ਕੱਟ ਕਿੰਨੇ ਲੱਗੇ ਆ, ਸ਼ਹਿਰਾਂ 'ਚ ਲੱਗਣ ਲੱਗੇ ਛੋਟੀ ਭੈਣ। ਹੁਣ ਤੁਸੀਂ ਇਮੇਜਿਨ ਕਰੋ ਕਿ 7,500 ਦੀ ਡਿਮਾਂਡ ਦੇ ਉੱਤੇ ਸ਼ਹਿਰਾਂ 'ਚ ਕੱਟ ਲੱਗੀ ਜਾਂਦੇ ਆ, ਥਰਮਲ ਪਲਾਂਟ ਥ੍ਰੈਟ ਕਰੀ ਜਾਂਦੇ ਆ, ਜਿਹੜਾ ਰੇਟ ਹੈ ਉਹਦੇ ਨਾਲ ਵੱਧ ਮੰਗੀ ਜਾਂਦੇ ਆ। ਮੈਂ ਕੈਟੇਗੋਰੀਕਲੀ ਪੁੱਛਣਾ ਚਾਹਨਾ ਦੂਜਾ ਸਵਾਲ ਕਿ ਭਾਈ what is the government doing to ensure that the thermal plants will not back out when we need them the most? कोई पेनल्टी क्लॉज लाया? कोई भी पेनल्टी क्लॉज है? And what are you doing to ensure the proper supply of coal? कोला 30 दिनों का मैंडेटरी है, आज 8 दिनों का रह गया। सारे PPA जिन्ने PPA ने, लिस्ट ऑफ ऑल PPAs जिन्ने भी है ने, and the new arrangements that you've made should be made public. दसो तुम किन्ने दी बिजली खरीदो भाई, मेक इट पब्लिक। तुम तो कहते सी सारे सुनते सी, सानू दिओ जी सरकार, ताइयां फसलां ते MSP ठा,
सानू दिओ सरकार, पहले दिन ही PPA रद्द, कौन रोकदा? मैं कहना लिस्ट पब्लिक नू दसो। दूसरी गल, की तुसी रीनैगोशिएट कर रहे हो? आर यू रीनैगोशिएटिंग? मैं पढ़िया लिखिया बंदा, मैनू पता है कि जे कॉन्ट्रैक्ट वन साइडेड होवे, हाउ डू यू डू इट? टैरिफ ऑर्डर दिओ। चन्नी सरकार वेले मैं जाके छोटे भाई तो चन्नी तो कह के कि पब्लिक इंटरस्ट दे विच टैरिफ ऑर्डर कढ। जदों तू पब्लिक इंटरस्ट दे विच टैरिफ ऑर्डर कढेगा, इट इज मैंडेटरी फॉर द रेगुलेटरी अथॉरिटी टू डू इट इन पब्लिक इंटरस्ट। जदों बिजली बाजार दे विच 2 रुपये दी मिल रही है सोलर, तुसीं 16 दी किवें लै रहे हो बई? पब्लिक नूं तुसीं क्यों सज़ा दे रहे हो बई? ये पब्लिक इंटरस्ट दे विच असीं 3 रुपये बिजली घटाती सी टैरिफ ऑर्डर नाल। आर यू गोइंग टू डू इट? ਉਹਦੇ ਨਾਲ ਜਦੋਂ ਸੈਂਟਰ ਦੀ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਚੁੱਕ ਰਹੀ ਸੀ, ਅਸੀਂ 10 ਤੋਂ 15 ਰੁਪਏ ਰੇਟ ਮਾਰੇ ਥੱਲੇ ਤੱਕ। ਕਰੋ, ਡੂ ਇਟ ਇਨ ਦੀ ਇੰਟਰਸਟ of the people of Punjab who have voted for you, and we accept their mandate with folded hands. Do karo ji। दसो जी तुसी की रीनैगोशिएशन की है? और मैं अखीर दे विच कहना कि जिहड़ा पुछवाड़ा कोल माइन है, पथवाड़ा जी, हाँ पथवाड़ा, कोई पुछवाड़ा कहना, कोई पथवाड़ा, ये ठीक है जी, इन्हां दा बिल्कुल ठीक है। पछवाड़ा जिहड़ी कोल माइन है, वो अज भाजी तुहाडी इन्फॉर्मेशन दे लई वो एक प्राइवेट कंपनी ने खुलवाई है, किसी पंजाब सरकार ने नहीं खुलवाई। क्यों बई? जदों कोला थोड़ा आ नहीं रहा, इहदा मतलब वो गल्लां सच्चियां ने भी तुसीं चाहुंदे नहीं हो खुले, तुसीं चाहुंदे हो तुसीं महंगा कोला लाओ, अट्टियां सट्टियां। आई एम नॉट कास्टिंग aspersions, but you need to prevent and prepare rather than repent and repair. Are we always going to be repenting and repairing? भाई, when is the पुछवाड़ा कोल माइन starting? मैनूं लगदा 4 महीने लगणगे। इस करके जे 4 महीने लगणगे ते महीने 2 बाद 16,000 मैगावाट डिमांड है, झोना लगू। ते दसो की प्रबंध है तुहाडा? डू यू हैव एनी अरेंजमेंट्स? लोकां नूं अवेयर करो। क्यों नहीं जी अवेयर करदे असीं? एक गल दी मैं तारीफ करदा, जिहड़ी कि मैं पंजाब मॉडल च कहंदा हुंदा सी कि दालां दे उत्ते MSP देंगे। कहंदा सी, दसो, कहंदा सी ऑयल सीड्स, दालां, मक्की। अज चीफ मिनिस्टर ने मान लिया भी दिल्ली नहीं, असीं पंजाब मॉडल ते ही चलदे हां। वो कहंदा मक्की ते देंगे, बड़ी वधिया गल है। ते मूंगी दी दाल ते देंगे, बड़ी वधिया गल है। डाइवर्सिफिकेशन का एक बहुत ही वधिया तरीका है। कोई मतलब ठेका थोड़ा लिया क्रिटिसाइज करने का। जिहड़ी गल चंगी है भाई, क्रेडिट तेरा, इतिहास तेरा, ताकत तेरी, लोगों ने दी, ला जय जयकार कर। वी कैनॉट अफोर्ड ट्यूबवेल्स एनी मोर। लोन लैके कर्जा लैके ट्यूबवेल लाने, फिर पानी कढ़िए ना, डार्क जोन बनी जाते हैं। वी नीड टू डाइवर्सिफाई। तो वॉट बैटर वे कि जिहड़ा तुसीं दालां बाहरों लैंदे। मैं हमेशा कहना हुंदा सी, विधान सभा के बाहर खड़ के साल पहला मैं कहा कि भाई दालां जिहड़ियां तुसीं आटा दाल स्कीम लई बाहरों इंपोर्ट करदे हो, ऑयल सीड 70% इंडिया इंपोर्ट कर रहा है। वो भाई तुसीं लाओ, हरियाणा करता है, तुसीं लाओ पंजाब च, दालां लाओ, ऑयल सीड लाओ, उन्होंने फिनिश करो, तेल बनाओ, दिओ। दैट्स अ वंडरफुल वे ऑफ गेटिंग द स्टेट अप, द रिवाइवल, द रेजरेक्शन। मैं उसकी तारीफ करता। ये 2 वड्डे मुद्दे ने साहब। तीसरा लॉ एंड ऑर्डर। हुण मैं मेन गल दे उत्ते आ रहा। वो ये नहीं भी मैं थां थां ते जाना अपने साथियों के नाल, जिहड़े कि मेरे सहयोगी नहीं, मतलब मेरी जिंद जान ने। सारी कांग्रेस, कदे कोई आया हुंदा, कदे कोई, अज भी 20-25 लोग ने। आ नवतेज कहना भाजी मैं तो इन्ना हताश है, मैं पग नहीं बनी पिछले 20, मैं साफा बनवा, मैं देख शीशे च कितना स्मार्ट लगता। चल चलिए आप पंजाब लई लड़ांगे। देखो पंजाब लई लड़ना इज अ ह्यूज मोटिवेशन। ये कोई अहुदे दी लड़ाई थोड़ा ना है, समझदे हो मेरी गल? इस करके असी वी विल कंटिन्यू टू डू इट। और सब तो वड्डी गल जिहड़ी मैं तुहानूं दसना चाहना, मैं परसों गवर्नर साहब नूं मिल रहा, हैव ऑलरेडी टेकन टाइम। ये कोई फॉर्मैलिटियां नहीं हो रही।
ਤੁਰਦੇ ਹੀ ਜਾਵਾਂਗੇ। ਪਰਸੋਂ ਥਰਸਡੇ ਆਈ ਐਮ ਮੀਟਿੰਗ ਦੀ ਗਵਰਨਰ, ਸਾਥੀਆਂ ਦੇ ਨਾਲ ਜਿਹੜਾ ਬੰਦਾ ਆਣਾ ਚਾਹਵੇ ਪੰਜਾਬ ਦਾ ਹਿਤੈਸ਼ੀ ਇਜ਼ ਮੋਸਟ ਵੈਲਕਮ। ਪ੍ਰਧਾਨ ਆਉਣਾ ਚਾਹਵੇ ਮੈਂ ਪਿੱਛੇ ਹਟ ਜੂ, ਪ੍ਰਧਾਨ ਅੱਗੇ ਲਾ ਦੇਂਗੇ, ਉਹਦਾ ਹੱਕ ਹੈ। ਸਮਝੋ, ਮੈਂ ਗਵਰਨਰ ਸਾਹਿਬ ਨੂੰ 11 ਵਜੇ ਉਹਨਾਂ ਨੇ 3 ਮੈਂਬਰ ਦਾ ਡੈਲੀਗੇਸ਼ਨ ਮੰਗਿਆ ਸੀ, ਨਾਮ ਲਿਖਾਤੇ ਸੀ, ਵੈਸੇ ਨਾਮ ਪਹਿਲਾਂ ਲਿਖਾਉਣੇ ਪੈਂਦੇ ਆ, ਅਸੀਂ 3 ਨਾਮ ਦੇ ਚੁੱਕੇ ਹਾਂ ਰਾਈਟ। 11 ਵਜੇ ਅਸੀਂ ਜਾਵਾਂਗੇ ਉੱਥੇ। ਜਿਹੜਾ ਬੰਦਾ, ਨਾ ਮੈਂ ਕਦੇ ਪ੍ਰੈਸ ਤੋਂ ਭੱਜਿਆ, ਨਾ ਮੈਂ ਬੰਦ ਕਮਰਿਆਂ ਦੇ ਵਿੱਚ ਕੋਟ ਪੈਂਟ ਪਾ ਕੇ ਗੱਲਾਂ ਕਰਦਾ, ਮੈਂ ਤਾਂ ਸ਼ਰੇਆਮ ਸਾਰਿਆਂ ਦੇ ਸਾਹਮਣੇ ਗੱਲ ਕਰਦਾ, ਔਰ ਜਵਾਬਦੇਹੀ ਹੋਣ ਦੀ ਤਾਕਤ ਹੈ ਮੇਰੇ 'ਚ, ਮੋਰਲ ਅਥਾਰਟੀ ਹੈ ਮੇਰੇ 'ਚ। ਇਸ ਕਰਕੇ 11 o'clock ਥਰਸਡੇ ਅਬਾਊਟ ਦੀ ਬਰਨਿੰਗ ਇਸ਼ੂਜ਼ ਆਫ ਪੰਜਾਬ। ਸਰ ਨਾਮ ਵੀ ਦੱਸ ਦਿਓ ਕੌਣ ਜਾ ਰਹੇ ਜੀ। ਅਸੀਂ ਦੇਖੋ ਲਾਅ ਐਂਡ ਆਰਡਰ ਤੇ ਵੀ ਗੱਲ ਕਰਾਂਗੇ। ਆਉਣ ਵਾਲੀ ਵਿੱਤੀ ਜਿਹੜੀ ਪਰਿਸਥਿਤੀ ਹੈ, ਫਾਈਨੈਂਸ਼ੀਅਲ ਕੰਡੀਸ਼ਨ ਆਫ ਦ ਸਟੇਟ, ਵੀ ਵਿਲ ਟਾਕ ਅਬਾਊਟ ਇਲੈਕਟ੍ਰਿਸਿਟੀ, ਕਿ 2 ਮਹੀਨਿਆਂ ਬਾਅਦ ਕਿਸੇ ਨੂੰ ਦਿੱਕਤ ਨਾ ਹੋਵੇ। ਹੋਰ ਕੁਝ ਹੋਰ ਵੀ ਹੋ ਸਕਦਾ। ਵੀ ਵਿਲ ਗੋ ਐਂਡ ਟੈਲ ਗਵਰਨਰ ਸਾਹਿਬ ਕਿ ਸਰ ਇਹ ਇਹਤਿਆਤ ਵਰਤੇ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਉਹ ਸਹੂਲੀਅਤ ਮਿਲੇ। ਇਹ ਬੜੀ ਵੱਡੀ ਮੋਟੀਵੇਸ਼ਨ ਹੈ ਸਾਡੀ, ਐਂਡ ਵੀਲ ਡੂ ਇਟ ਔਨ ਥਰਸਡੇ। ਆਲ ਆਰ ਇਨਵਾਈਟਡ। ਹੁਣ ਮਹਾਰਾਜ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਤੁਸੀਂ ਇੱਕ ਇੱਕ ਕਰਕੇ ਸਵਾਲ ਪੁੱਛੋ। ਮੇਰੀ ਇੱਕ ਮਿੰਟ, ਪਹਿਲਾਂ ਹੱਥ ਜੋੜ ਕੇ, ਪਹਿਲਾਂ ਇੱਕ ਮਿੰਟ। ਦੂਜੀ ਗੱਲ, ਮੁੱਦੇ ਇਹ ਸੀ ਕਿਤੇ ਸਵਾਲ ਪੁੱਛ ਕੇ ਮੁੱਦੇ ਹੀ ਨਾ ਕਿਸੇ ਹੋਰ ਪਾਸੇ ਤੋੜ ਦਿਓ। ਇੱਕ ਮਿੰਟ ਭਾਜੀ, ਮੇਰੀ ਦੇਖੋ ਪਲੀਜ਼, ਮੈਂ ਕਿਤੇ ਨਹੀਂ ਜਾਣਾ ਜਦ ਤੱਕ ਤੁਸੀਂ ਸਵਾਲ ਪੁੱਛਣੇ। ਮੈਂ ਇੱਕ ਮਿੰਟ, ਇਹ ਅਸਲੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀਆਂ ਗੱਲਾਂ ਨੇ। ਇਹ ਮੁੱਦਿਆਂ ਦੀ ਪਹਿਰੇਦਾਰੀ ਹੈ ਜਿਹਦਾ ਬੀੜਾ ਅਸੀਂ ਚੁੱਕਿਆ, ਔਰ ਕਾਂਗਰਸ ਇਹ ਕਰਦੀ ਰਹੇਗੀ। ਸਮਝੋ ਮੇਰੀ ਗੱਲ। ਮੈਂ ਕਰਾਂਗਾ, ਪ੍ਰਧਾਨ ਕਰੇਗਾ, ਬਾਜਵਾ ਸਾਹਿਬ ਕਰਨਗੇ, ਸਾਰੇ ਕਰਨਗੇ। ਅੱਜ ਉਹਨਾਂ ਨੇ ਕਿਹਾ ਮੈਂ ਕਰਾਂ, ਮੈਂ ਮੋਸਟ ਵੈਲਕਮ। 2 ਦਿਨ ਪਹਿਲਾਂ ਰਾਜੇ ਦਾ ਫੋਨ ਆਇਆ ਮੈਨੂੰ, ਕਹਿੰਦਾ ਭਾਜੀ ਮੈਂ ਆਉਣਾ। ਮੈਂ ਹੁਣੇ ਆ ਜਾ, ਅੱਜ ਹੀ ਆ ਜਾ। 4 ਬੰਦੇ ਸੀਗੇ ਨਾਲ, ਮੈਂ ਕਿਹਾ ਜੀ ਅੱਜ ਹੀ ਆ ਜਾ। ਕਹਿੰਦਾ ਨਹੀਂ ਭਾਜੀ ਮੈਂ 2 ਦਿਨਾਂ ਬਾਅਦ ਆਊਂਗਾ। ਮੈਂ ਮੋਸਟ ਵੈਲਕਮ। ਠੀਕ ਹੈ, ਉਹ ਲੋਕਾਂ ਦੇ ਘਰਾਂ ਜਾ ਰਿਹਾ। ਜਿੱਦਣ ਮੇਰੇ ਘਰੇ ਆਊਗਾ ਸਾਰੇ ਦਰਵਾਜ਼ੇ ਖੁੱਲੇ। ਅੱਜ ਤੱਕ ਨਹੀਂ ਆਇਆ, ਚਲੋ ਕੋਈ ਗੱਲ ਨਹੀਂ, ਜਿੱਦਣ ਆਉਣਾ ਚਾਹੇ ਉਦਣ ਆ ਸਕਦਾ। ਮੈਂ ਪਬਲਿਕਲੀ ਕਹਿ ਰਿਹਾ, ਠੀਕ ਹੈ ਜੀ। ਜਿੱਦਣ ਉਹ ਅੰਮ੍ਰਿਤਸਰ ਆਇਆ 10 ਦਿਨ ਪਹਿਲਾਂ ਪ੍ਰੋਗਰਾਮ ਬਣਿਆ ਹੋਇਆ ਸੀਗਾ ਢਿੱਲੋਂ ਸਾਹਿਬ। ਇਟ ਵਾਸ ਮੇਡ 10। ਤੁਸੀਂ ਮੇਰੇ ਟਵਿੱਟਰ ਤੇ ਜਾਇਓ। ਮੈਂ ਢਿੱਲੋਂ ਸਾਹਿਬ ਦੇ ਘਰੇ ਗਿਆ ਸੀਗਾ, ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਿਹੜਾ ਬਲੱਡ ਕਲੌਟ, ਤੇ ਮੈਂ ਉਹਨਾਂ ਦੇ ਘਰੇ ਗਿਆ ਸੀ। ਉੱਥੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਦੱਸੋ ਕਦੋਂ ਠੀਕ ਹੋਏ। ਕਹਿੰਦਾ ਮੈਂ ਯਾਰ ਤੂੰ ਆਇਆ ਹੁਣ ਮੈਂ ਤੇ ਘੋੜੇ ਵਰਗਾ ਹੋ ਜਾਣਾ। ਤੇ ਮੈਂ ਕਿਹਾ ਜੀ ਤੁਸੀਂ ਜਦੋਂ ਹੋ ਜਾਣਾ ਮੈਨੂੰ ਫੋਨ ਕਰਨਾ। ਕਹਿੰਦੇ 10 ਦਿਨਾਂ ਬਾਅਦ ਮੇਰੇ ਕੋਲ ਘਰੇ ਆਉਣਾ ਉੱਥੇ। ਮੈਂ ਕਿਹਾ ਜੀ ਮੈਂ ਆ ਜਾਊਂ, ਉਦੋਂ ਡੇਟ ਫਿਕਸ ਹੋ। ਸੋ ਦਿਸ ਇਜ਼ ਵਾਟ ਆਈ ਹੈਡ ਟੂ ਸੇ। ਮੈਂ ਹੁਣ ਇੱਕ ਇੱਕ ਕਰਕੇ ਤੁਸੀਂ ਜੋ ਸਵਾਲ ਪੁੱਛਣਾ ਜ਼ਿਆਦਾ ਨਾ ਪੁੱਛਣਾ, ਤਾਂ ਕਿ ਇਹ ਮੁੱਦੇ ਹਾਈਲਾਈਟ ਕਰਨਾ। ਇਹ ਮੇਰੀ ਰਿਕੁਐਸਟ ਹੈ ਮੈਡਮ। ਅੱਛਾ ਸਿੱਧੂ ਸਾਹਿਬ ਤੁਸੀਂ ਕਿਹਾ ਸੀਗਾ ਪਹਿਲਾਂ ਫਿਰ ਤੁਹਾਨੂੰ ਲੇਡੀਜ਼ ਸਰ ਤੁਸੀਂ ਮੁੱਦਾ ਚੱਕਿਆ ਬਿਜਲੀ ਦਾ, ਤੁਹਾਨੂੰ ਡਾਊਟ ਹੈ ਕਿ ਸਰਕਾਰ ਨੇ ਐਲਾਨ ਕੀਤਾ ਪਰ ਇੰਪਲੀਮੈਂਟੇਸ਼ਨ ਨਹੀਂ ਹੋਈ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਰਕਾਰ ਕੋਲੇ ਪੈਸਾ ਹੈ ਨਹੀਂ, ਤਾਂ ਇਹ ਪਿਛਲੀ ਵਾਰ ਵੀ ਇਹ ਜਿਹੀਆਂ ਗੱਲਾਂ ਤੁਹਾਡੀ ਸਰਕਾਰ ਦੇ ਵਿੱਚ ਵੀ ਹੋਈਆਂ। ਅਲਟੀਮੇਟਲੀ ਤਾਂ ਲੋਕ ਸਫਰ ਕਰਦੇ, ਇਹਦਾ ਵੇ ਆਊਟ ਕੀ ਤੁਸੀਂ ਦੱਸ ਸਕਦੇ ਹੋ? ਦੇਖੋ, ਇਹਦਾ ਵੇ ਆਊਟ ਮੈਂ ਉਦੋਂ ਵੀ ਦੱਸਦਾ ਸੀਗਾ, ਅੱਜ ਵੀ ਮੈਂ ਕਿਹਾ। ਇਹਦਾ ਵੇ ਆਊਟ ਇਹ ਹੈ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ। ਪਾਲਿਸੀ ਬਣਾਉਣ ਨੂੰ ਭੈਣ ਜੀ ਤੁਹਾਨੂੰ ਬਹੁਤ ਰਿਸਰਚ ਕਰਨੀ ਪਏਗੀ, ਤੁਹਾਨੂੰ ਬਹੁਤ ਕੁਝ ਦੇਖਣਾ ਪਏਗਾ, ਤੁਹਾਨੂੰ ਸਟੱਡੀਜ਼ ਕਰਨੀਆਂ ਪੈਣਗੀਆਂ, ਫਿਰ ਤੁਹਾਡੀ ਪਾਲਿਸੀ ਬਣੇਗੀ। ਫਿਰ ਉਹ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਪੈਸੇ ਕਿੰਨੇ ਲੱਗਣਗੇ, ਉਹ ਬਜਟਰੀ ਐਲੋਕੇਸ਼ਨ ਹੋਏਗੀ। ਫਿਰ ਉਹ ਬਜਟਰੀ ਐਲੋਕੇਸ਼ਨ ਜਿਹੜੀ ਹੈ ਬਜਟ 'ਚ ਪਾਸ ਹੋਏਗੀ, ਤਾਂ ਜਾ ਕੇ ਉਹ ਜ਼ਮੀਨ ਦੇ ਉੱਤੇ ਲਾਗੂ ਹੋਏਗੀ। ਨਹੀਂ ਤੇ ਗੱਲਾਂ ਦਾ ਕੜਾ ਹੈ ਜਿਹੜਾ ਸਾਰੇ ਵਰਤਾਈ ਜਾਂਦੇ ਆ। ਔਰ ਮੈਂ ਪਹਿਲੇ ਦਿਨ ਦਾ ਕਹਿਣਾ ਕਿ ਜੇ ਪੰਜਾਬ ਆਏਗਾ ਸਹੀ ਰਾਹ ਦੇ ਉੱਤੇ ਤੇ ਨੀਤੀਗਤ ਤਰੀਕੇ ਦੇ ਨਾਲ ਆਏਗਾ, ਨੀਤੀਆਂ ਦੇ ਨਾਲ ਆਏਗਾ। ਨੈਕਸਟ ਕੁਐਸਚਨ ਸਰ। ਅੱਛਾ ਸਿੱਧੂ ਸਾਹਿਬ ਤੁਸੀਂ ਦਾਲਾਂ ਦੀ ਗੱਲ ਕੀਤੀ ਸੀ, ਪੰਜਾਬ ਸਰਕਾਰ ਦੇ ਕਿਹਨਾਂ ਦੀ ਗੱਲ ਕੀਤੀ ਸਰ? ਦਾਲਾਂ ਦੀ। ਪੰਜਾਬ ਦੇ ਵਿੱਚ ਰਿਸਰਚ ਸਟੇਸ਼ਨ ਇੱਕੋ ਇੱਕ ਸੀਗਾ ਬਠਿੰਡੇ ਦੇ ਵਿੱਚ, ਪਹਿਲਾਂ ਉਹ ਸਟੇਡੀਅਮ ਬਣਾਇਆ, ਇੱਥੇ ਬਰਾਨੀ ਇਲਾਕਾ ਸੀਗਾ ਉਹ ਖਤਮ ਕਰਤਾ। ਸ਼ੁਕਰ ਆ ਚਲੋ ਕਾਂਗਰਸ ਦੀ ਸਰਕਾਰ ਨਹੀਂ ਆਈ ਤਾਂ ਸਾਡਾ ਫਰੂਟ ਰਿਸਰਚ ਸਟੇਸ਼ਨ ਵੀ ਸਟੇਡੀਅਮ ਦੀ ਭੇਟ ਚੜ੍ਹ ਜਾਣਾ ਸੀ। ਮੱਤੇਵਾਲ
ਉਹ ਵੀ ਜਿਹੜਾ ਕੀ ਕਹਿੰਦੇ ਆ ਸੋਇਆਬੀਨ ਦਾ ਰਿਸਰਚ ਸਟੇਸ਼ਨ ਹੈ ਉਹਦੇ ਉੱਤੇ ਵੀ ਅੱਖ ਰੱਖ ਲਈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿੰਨੇ ਸਬ ਰਿਸਰਚ ਸਟੇਸ਼ਨ ਨੇ ਸਾਰਿਆਂ ਨੂੰ ਖਤਮ ਕੀਤਾ ਜਾ ਰਿਹਾ। ਰਿਸਰਚ ਜ਼ੀਰੋ ਹੈ, ਪਿੰਡਾਂ ਦੇ ਵਿੱਚ ਕੋਈ ਸਾਇੰਟਿਸਟ ਨਹੀਂ ਜਾ ਰਿਹਾ, ਫਿਰ ਦਾਲਾਂ ਲੱਗਣਗੀਆਂ ਕਿਵੇਂ ਤੇ ਵਿਕਣਗੀਆਂ? ਬੜਾ ਵਧੀਆ ਸਵਾਲ। ਦੇਖੋ ਭਾਜੀ, ਮੈਂ ਆਪਣੀ ਗੱਲ ਨੂੰ ਰੀਇਟਰੇਟ ਕਰਦਾ, ਜਿਹੜੀਆਂ ਗੱਲਾਂ ਮੈਂ ਪਹਿਲਾਂ ਦੁਹਰਾਈਆਂ ਨੇ ਉਹਨਾਂ ਨੂੰ ਸ਼ਾਇਦ ਬਾਰ-ਬਾਰ ਦੁਹਰਾਉਣਾ ਚਾਹੀਦਾ। ਮੈਂ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਇਨਕਮ ਹੈ। ਤੁਸੀਂ ਅਗਰ ਰਿਸਰਚ ਸੈਂਟਰ ਖੋਲ੍ਹਣਾ ਹੈ, ਤੁਸੀਂ ਅਗਰ ਕੋਈ ਵੀ ਸੈਂਟਰ ਖੋਲ੍ਹਣਾ ਹੈ, ਤੁਹਾਨੂੰ ਉਹਨੂੰ ਚਲਾਉਣ ਦੇ ਲਈ ਪੈਸੇ ਚਾਹੀਦੇ ਆ ਨਾ ਸਰ, ਸਮਝੇ ਨਹੀਂ? ਇਨਕਮ ਤਾਂ ਸਾਰੀ ਲੋਕਾਂ ਦੀ ਨਿੱਜੀ ਜੇਬ 'ਚ ਜਾਈ ਜਾਂਦੀ ਹੈ। ਉਸ ਮਾਫੀਏ ਦੇ ਖਿਲਾਫ ਮੈਂ ਲੜਿਆ ਔਰ ਮੈਂ ਪਹਿਲੇ ਦਿਨ ਤੋਂ, ਪਹਿਲੀ ਕੈਬਨਿਟ ਤੋਂ ਸੱਤਾ ਨਹੀਂ ਮਾਣੀ, ਉਸ ਸੱਤਾ ਨੂੰ ਸਵਾਲ ਕੀਤੇ ਵੀ ਮਹਾਰਾਜ ਲਾਓ ਇਹ ਪਾਲਿਸੀ। ਇੱਕੋ ਚੀਜ਼ ਐਸੀ ਹੈ ਜਿਹੜੀ GST ਤੋਂ ਬਾਹਰ ਹੈ, ਰੇਤਾ, ਸ਼ਰਾਬ, ਲਾਓ ਵੈਟ। ਜੇ ਤਮਿਲਨਾਡੂ 36,000 ਕਰੋੜ ਰੁਪਈਆ ਕੱਢ ਸਕਦਾ ਹੈ ਔਰ ਬਗੈਰ ਅੱਧੀ ਖਪਤ ਸਾਡੀ ਡਬਲ, ਤੇ ਭਾਈ ਅਸੀਂ ਕਿਉਂ ਨਹੀਂ? ਨੌਕਰੀਆਂ ਆਪਣੇ ਆਪ ਆਣਗੀਆਂ। ਉਹ 40,000 ਨੂੰ ਦਿੰਦੇ ਆ, 300 ਕਰੋੜ ਰੁਪਏ ਦੀ ਨੌਕਰੀ ਦਿੰਦੇ ਹੋ, ਠੀਕ ਹੈ ਜੀ। ਰੇਤਾ, ਪਰ ਕਿਉਂਕਿ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਹੈ ਔਰ ਠੇਕੇਦਾਰ ਅੱਗੇ ਹੈ ਤੇ ਪਿੱਛੇ ਕੋਈ ਹੋਰ ਹੈ, ਤੁਹਾਨੂੰ ਵੀ ਪਤਾ ਕਿਹੜਾ ਹੈ, ਕਿਸੇ ਦਾ ਕੁੱਕ ਹੈ ਤੇ ਕਿਸੇ ਦਾ ਕੋਈ ਹੈ, ਸਮਝਦੇ ਹੋ ਮੇਰੀ ਗੱਲ? ਉਹ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਪੋਲੀਟੀਸ਼ੀਅਨ ਜਾਂ ਕੋਈ ਹੋਰ, ਕੋਈ ਵੀ ਹੋ ਸਕਦਾ ਹੈ, ਠੀਕ ਹੈ ਜੀ। ਮੈਂ ਕਿਸੇ ਦਾ ਨਾਮ ਲਿੱਤਾ ਹੀ ਨਹੀਂ ਅੱਜ ਤੱਕ। ਉਹ ਆਨੰਦ ਮਾਣ ਰਹੇ ਨੇ, ਕਾਰਟਲ ਬਣੇ ਹੋਏ ਨੇ, ਕਾਰਟਲ। ਕੱਢੋ L1 ਦੇ ਲਾਇਸੈਂਸ, 15,000 ਕਰੋੜ ਰੁਪਈਆ ਇਹਦੇ ਰਿਸ਼ਤੇਦਾਰਾਂ ਕੋਲ ਨੇ, ਪਿਛਲੇ ਵੀ ਕੱਢ ਲਓ। ਚਲੋ ਟੰਕੇ ਦੀ ਚੋਟ ਤੇ ਕਹਿੰਦਾ ਇਹੀ ਹੈ ਇਮਾਨਦਾਰੀ ਦੀ ਤਾਕਤ, ਇਹ ਮੋਰਲ ਅਥਾਰਟੀ ਦੀ ਤਾਕਤ ਹੈ। ਸਵਾਲ ਕਰਨ ਵਾਲਾ ਉਹੀ ਹੋ ਸਕਦਾ, ਨਹੀਂ ਤਾਂ ਪਰਾਏ ਪੁੱਤ ਫੱਟਦੇ ਨੇ, ਬਾਂਹ ਮਰੋੜ ਕੇ ਈਡੀ ਭੇਜ ਦਿੰਦੇ ਆ। ਅੱਛਾ ਸਰ, ਦੂਸਰੀ ਗੱਲ ਜੀ, ਅੱਛਾ ਦੂਸਰੀ ਗੱਲ ਇਹਦੇ ਉੱਤੇ ਜਿਹੜੀਆਂ ਗਵਰਨਮੈਂਟ ਰਿਸਰਚ ਲੈਂਡਸ ਕੀ ਇਹਨਾਂ ਦੇ ਉੱਤੇ ਜਿਹੜਾ ਵੇਚਣ ਦੀ ਪਿਛਲੇ ਰੀਤ ਚੱਲ ਰਹੀ ਹੈ ਸਰਕਾਰਾਂ ਦੀ, ਕੀ ਬੰਦ ਨਹੀਂ ਹੋਣੀ ਚਾਹੀਦੀ? ਯੂ ਆਰ ਦ ਕਸਟੋਡੀਅਨ ਆਫ ਦਾ ਲੈਂਡ। ਐਬਸੋਲੂਟਲੀ ਰਾਈਟ ਸਰ। ਤੁਸੀਂ ਜਿਹੜਾ 3 ਲੱਖ ਕਰੋੜ ਦੀ ਗੱਲ ਕਰਦੇ ਹੋ, 3 ਲੱਖ ਨਹੀਂ ਹੈ। ਮੈਂ ਬੜਾ ਕੈਟੇਗੋਰੀਕਲੀ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਹੈ। ਇਹ 5 ਲੱਖ ਕਰੋੜ ਹੈ, ਕਿਉਂਕਿ 5 ਲੱਖ ਕਰੋੜ 'ਚ ਸੌਫਟ ਲੋਨ ਨੇ। ਪੁੱਛੋ ਕਿਹਦੀ ਸਰਕਾਰ ਦੇ ਵਿੱਚ ਰੈਸਟ ਹਾਊਸ ਵੀ ਗਿਰਵੀ ਰੱਖਤੇ, ਮਿਊਨਿਸਪਲ ਕਮੇਟੀ ਦੀਆਂ ਬਿਲਡਿੰਗਾਂ ਗਿਰਵੀ ਪਈਆਂ ਨੇ, ਔਰ ਕੌੜੀਆਂ ਦੇ ਤੁਸੀਂ ਪਤਾ ਕਰੋ, ਸਰਕਟ ਹਾਊਸ ਵਿਕੇ, ਸਰਕਟ ਹਾਊਸ ਵਿਕੇ, ਹਾਂਜੀ, ਜੇਲਾਂ ਵਿਕੀਆਂ। ਤੇ ਉਹ ਮਹਾਰਾਜ 3 ਲੱਖ ਕਰੋੜ 'ਚ ਨਹੀਂ ਆਉਂਦਾ, ਉਹ 3 ਲੱਖ ਕਰੋੜ ਤੋਂ ਅੱਡ ਹੈ। ਇਸ ਕਰਕੇ ਮੈਂ ਕਹਿੰਦਾ ਸਾਹਿਬ, ਤੁਹਾਡਾ ਬੜਾ ਸੋਹਣਾ ਸਵਾਲ ਹੈ। ਇਸ ਕਰਕੇ ਮੈਂ ਕਹਿੰਦਾ ਕਿ ਮੈਨੂੰ ਕੋਈ ਲੋੜ ਨਹੀਂ ਸੀ ਕਿ ਮੈਂ ਇੰਨੀ ਇਨਕਮ ਨੂੰ ਛੱਡ ਕੇ ਮੈਨੂੰ ਕੋਈ, ਮੈਂ ਮੌਤਾਜੀ ਹੈ, ਮੈਂ ਕੋਈ ਮਿਨਿਸਟਰ ਦੇ ਕਰਕੇ ਜਾਣਾ ਜਾਣਾ। ਹਾਂਜੀ, 20 ਸਾਲ ਕ੍ਰਿਕਟ ਖੇਡਿਆ, ਕਮੈਂਟਰੀਆਂ ਕੀਤੀਆਂ, ਮਤਲਬ ਤੁਸੀਂ ਕੀ ਜਾਣੋ। ਲੇਕਿਨ ਮੈਨੂੰ ਸੰਤੁਸ਼ਟੀ ਇਹਦੀ ਹੈ ਕਿ ਮੈਨੂੰ ਪਤਾ ਮੈਂ ਅਗਲੀ ਪੀੜ੍ਹੀ ਦੀ ਲੜਾਈ ਲੜ ਰਿਹਾ। ਸਮਝੋ ਮੇਰੀ ਗੱਲ? ਔਰ ਇਹ ਬਹੁਤ ਵਧੀਆ ਸਵਾਲ ਹੈ। ਹੁਣ ਜਿਹੜਾ ਕਰਜ਼ਾ ਚੜੇ ਹੈ ਪੰਜਾਬ ਤੇ, ਅਸੀਂ ਰਿਕਵਰੀ ਕਰਾਂਗੇ, ਇਹਦੀ ਪੂਰੀ ਜਾਂਚ ਕਰਾਂਗੇ, ਭਗਵੰਤ ਮਾਨ ਕਹਿੰਦੇ ਨੇ। ਮੈਂ ਕਹਿੰਦਾ ਜੇ ਰਿਕਵਰੀ ਉਹ ਕਰਨੀ ਹੈ ਨਾ, ਮੇਰੀ ਕਮੇਟੀ ਬਣੀ ਸੀ ਜ਼ਮੀਨਾਂ ਦਾ ਬਣਾ ਲਈ, ਮੈਂ ਲੜ ਕੇ ਲਈ ਸੀ। ਸੈਂਡ ਦੀ ਕਮੇਟੀ ਮੈਂ ਲੜ ਕੇ ਲਈ ਸੀ, ਸ਼ਰਾਬ ਦੀ ਦਿੱਤੀ ਨਹੀਂ, ਕਿਉਂਕਿ ਪਤਾ ਸੀ ਸਰਦਾਰ ਪੋਤੜੇ ਖੋਲ ਦੂ, ਠੀਕ ਹੈ। ਮੈਂ ਫਿਰ ਵੀ ਖੋਲਦਾ ਰਿਹਾ। ਉਹ ਕਮੇਟੀ ਦੀ ਰਿਪੋਰਟ ਕਢਾ ਲੈਣ। ਉਸ ਕਮੇਟੀ ਦੇ ਵਿੱਚ ਦੇਖੋ, ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ, 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਤਾਂ ਕੱਲੀ ਮੋਹਾਲੀ ਡਿਸਟ੍ਰਿਕਟ 'ਚ ਹੈ। 28 ਡਿਸਟ੍ਰਿਕਟ ਨੇ, ਤੇ ਕਈ ਕਿਉਂ ਜਾਂਦੇ ਹੋ? ਤੇ ਜਿਹਨੂੰ ਮੈਂ ਬਣਾ ਕੇ ਦਿੱਤੀ ਰਿਪੋਰਟ, ਉਹਦਾ ਨਾਂ ਸੀ ਵਿੱਚ, ਮੈਂ ਕਹਿ ਰਿਹਾ ਉਹਦਾ ਨਾਂ ਸੀ। ਇਹਦਾ ਮੈਂ ਤਾਂ ਨਹੀਂ ਦਿੱਤਾ ਨਾਂ ਦਿੱਤਾ ਜਸਟਿਸ ਕੁਲਦੀਪ ਸਿੰਘ ਨੇ, ਪੜ੍ਹ ਲਓ। ਹੁਣ ਜਿਹਨੂੰ ਮੈਂ ਦੇ ਰਿਹਾ, ਜਦੋਂ ਉਹੀ ਵਿੱਚ ਦੱਬੀ ਬੈਠਾ 300, ਤੇ ਇਨਸਾਫ ਕਿੱਥੋਂ ਹੋਣੇ ਆ? ਅੱਜ ਉਹ ਨਹੀਂ ਹੈਗੇ, ਅੱਜ ਉਹ ਨਹੀਂ, ਮੈਂ ਨਾਂ ਨਹੀਂ ਲੈਣੇ ਫਿਰ ਕਿਸੇ ਦੇ, ਅੱਜ ਉਹ ਨਹੀਂ ਹੈਗੇ। ਤੁਸੀਂ ਨਵੇਂ ਹੋ ਕੇ ਆਏ ਹੋ, ਠੋਕ ਦਿਓ। ਮੈਂ ਕਹਿੰਦਾ, ਮੈਂ ਵਧਾਈ ਦਿੰਦਾ। ਚੋਰ ਨੂੰ ਠੋਕਣ ਦੇ ਵਿੱਚ ਕੋਈ ਉਹ ਕਿੰਤੂ ਪਰੰਤੂ ਹੈ? ਰਗੜ ਦਿਓ। ਕੌਣ ਰੋਕਦਾ? ਮੈਂ ਨਾ ਕੌਣ ਰੋਕਦਾ? ਮੈਂ ਕਹੂੰਗਾ ਵੀ ਸਾਰਿਆਂ ਦੇ ਨਾਂ ਕਰੋ। ਖਹਿਰਾ ਸਾਹਿਬ ਵੀ ਕਹੀ ਜਾਂਦੇ ਆ, ਮੈਨੂੰ ਫੋਨ ਕਰਦਾ ਰਹੋ, ਲਓ ਕਰੋ ਲਾਗੂ ਨਾਲ ਦੀ ਨਾਲ, ਔਰ ਦੱਸੋ ਵੀ ਕਿਹੜੇ ਪਤਵੰਤੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਦੱਬੀਆਂ। ਸਿੱਧੂ ਸਾਹਿਬ ਹਾਈ ਕਮਾਨ ਨੇ ਸੁਨੀਲ ਜਾਖੜ ਤੋਂ ਜਵਾਬ ਮੰਗਿਆ
15 ਦਿਨ ਬੀਤ ਚੁੱਕੇ ਨੇ ਪਰ ਨੋਟਿਸ ਦਾ ਜਵਾਬ ਨਹੀਂ ਦਿੱਤਾ, ਤੁਸੀਂ ਮੁਲਾਕਾਤ ਕੀਤੀ ਕੀ? ਭਾਈ ਜੀ ਮੈਂ ਜਾਖੜ ਸਾਹਿਬ ਨੂੰ ਕਿਸੇ ਨੂੰ ਵੀ ਕਾਂਗਰਸ ਦੇ ਬੰਦੇ ਨੂੰ ਮਿਲ ਸਕਦਾ, ਇਹਦੇ 'ਚ ਨੋਟਿਸ ਕਿੱਥੋਂ ਆ ਗਿਆ? ਨੋਟਿਸ ਬਾਰੇ ਮੈਂ ਇਹੀ ਕਹਿਣਾ ਹੈ, ਬੱਸ 'ਚ ਫੱਟੀ ਲਿਖੀ ਹੁੰਦੀ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਤੁਸੀਂ ਗੱਲ ਤਾਂ ਕਰ ਰਹੇ ਸੀ ਸਿੱਧੂ ਸਾਹਿਬ ਸਿੱਧਾ ਗੱਲ ਕਰਦੇ ਆ। ਇੱਕ ਮਿੰਟ ਸਿੱਧੂ ਸਾਹਿਬ, ਸਰਜੀਤ ਸਿੰਘ ਧਮਾਨ ਬੈਠੇ ਨੇ, ਰਾਜਾ ਵੜਿੰਗ ਦਾ ਵਿਰੋਧ ਕੀਤਾ ਸੀ, ਪਾਰਟੀ ਤੋਂ ਬਾਹਰ ਕੀਤਾ ਸੀ, ਪਰ ਅੱਜ ਤੁਹਾਡੇ ਨਾਲ ਬੈਠੇ ਨੇ। ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਪਾਰਟੀ 'ਚ ਸੀ, 100 ਬੰਦਿਆਂ ਨੇ ਮੇਰਾ ਵਿਰੋਧ ਕੀਤਾ, ਮੈਂ ਕੁਝ ਕਿਹਾ? ਨਹੀਂ ਜੀ, ਗੱਲ ਮੰਨਦੇ ਆ, ਸਹੀ ਮੰਨਦੇ ਹੋ। ਦੇਖੋ ਮੇਰੀ ਇੱਕ ਗੱਲ ਨੂੰ ਸਮਝ ਲਓ, ਮੈਂ ਧਮਾਨ ਨੂੰ ਇੱਕ ਐਸੈਟ ਮੰਨਦਾ ਪਹਿਲੇ ਦਿਨ ਤੋਂ। ਜਿਹੜਾ ਬੰਦਾ 3 ਵਾਰ ਐਮਐਲਏ ਬਣ ਗਿਆ, ਸਮਝਿਆ ਨਹੀਂ, ਔਰ ਜਿਹੜਾ ਬੰਦਾ ਆਪਣੇ ਸੂਬੇ ਦੇ ਵਿੱਚ, ਮੈਂ ਤੇ ਜਿਹੜਾ ਪ੍ਰਧਾਨ ਲਾਇਆ ਸੀ ਜ਼ਿਲ੍ਹੇ ਦਾ, ਮੈਂ ਤਾਂ ਇਹਨਾਂ ਨੂੰ ਪੁੱਛ ਕੇ ਲਾਇਆ ਸੀ, ਜਸਵਿੰਦਰ ਨੂੰ ਇਲੈਕਸ਼ਨ ਲੜਾਈ। ਵੇਖੋ ਸਵਾਲ ਇੰਨਾ ਹੀ ਹੈ ਕਿ ਤੁਹਾਡੇ ਨਿੱਜੀ ਕਿਸੇ ਨਾਲ ਡਿਫਰੈਂਸ ਹੋ ਸਕਦੇ ਆ, ਹੋਣ, ਇਹ ਡੈਮੋਕ੍ਰੇਸੀ ਦੀ ਬਿਊਟੀ ਹੈ ਕਿ ਤੁਸੀਂ ਕਿਸੇ ਨਾਲ ਤੁਹਾਡੇ ਡਿਫਰੈਂਸ ਓਪੀਨੀਅਨ, ਤੁਸੀਂ ਇੱਕ ਸੰਸਥਾ 'ਚ ਕੰਮ ਕਰਦੇ ਹੋ ਡਿਫਰੈਂਸ, ਲੇਕਿਨ ਉਹਦਾ ਮਤਲਬ ਇਹ ਥੋੜਾ ਨਾ ਵੀ ਹੁਣ ਇੱਕ ਦੂਜੇ ਤੋਂ ਪਾਸੇ ਹੋ ਜਾਈਏ। ਮੈਂ ਮਿਲਦਾ ਜਾਖੜ ਸਾਹਿਬ ਨੂੰ ਮਿਲਦਾ, ਕਈ ਬੰਦਿਆਂ ਨੇ ਮੈਨੂੰ ਗਾਲਾਂ ਕੱਢੀਆਂ, ਮੈਂ ਜਵਾਬ ਵੀ ਨਹੀਂ ਦਿੰਦਾ, ਕਿਉਂਕਿ ਮੇਰੀ ਲੜਾਈ ਛੋਟੀ ਨਹੀਂ ਹੈ, ਨਿੱਜੀ ਨਹੀਂ ਹੈ, ਮੇਰੀ ਲੜਾਈ ਪੰਜਾਬ ਦੀ ਹੈ। ਮੈਨੂੰ ਮਾੜਾ ਕਹਿਣ ਨਾਲ ਮੈਂ ਮਾੜਾ ਹੋ ਜੂ? ਪਹਿਲੇ ਦਿਨ ਤੋਂ ਸਟੈਂਡ ਕਰ ਰਹੇ ਜੀ ਕਿਉਂਕਿ ਫ੍ਰੈਂਕਲੀ ਇਲੈਕਸ਼ਨ ਵੇਲੇ ਤੁਹਾਡੀ ਪੰਜਾਬ ਦਾ ਮਾਡਲ ਸੀਗਾ ਉਹਨੂੰ ਕਾਂਗਰਸ ਨੇ ਇੱਕ ਤਰ੍ਹਾਂ ਰੱਦ ਕਰਤਾ। ਇਹ ਕਹਿੰਦਾ ਸੀ ਕਿ ਪੰਜਾਬ ਮਾਡਲ ਨਹੀਂ ਕਾਂਗਰਸ ਮਾਡਲ ਲਾਗੂ ਹੋਊਗਾ। ਬਹੁਤ ਸਾਰੇ ਆਗੂਆਂ ਦੇ ਬਿਆਨ ਸੀ। ਤੁਸੀਂ ਅੱਜ ਵੀ ਉਸ ਮਾਡਲ ਤੇ ਖੜੇ ਹੋ, ਕਿ ਤੁਹਾਡਾ ਜਿਹੜਾ ਰਾਹ ਹੈ ਤੁਸੀਂ ਕੱਢਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਮੀਟਿੰਗ, ਇਹ ਲੱਗਦਾ ਹੈ ਕਿ ਕਿਸੇ ਪਾਸੇ ਨੂੰ ਹੋਰ ਜਾ ਰਹੇ ਹੋ। ਭਾਈ ਜੀ ਤੁਸੀਂ ਬੜਾ ਸੋਹਣਾ ਸਵਾਲ ਕੀਤਾ। ਕਾਂਗਰਸ ਨੇ ਤਾਂ ਲਾਸਟ ਡੇ ਮੈਨੀਫੈਸਟੋ ਕੀਤਾ, ਉਸ ਕੀ ਹੈ? ਪੰਜਾਬ ਮਾਡਲ ਹੀ ਹੈ, ਸਾਰਾ ਪੜ੍ਹ ਲਓ। ਮੇਰੇ ਨਾਲ AICC ਦੇ ਸੈਕਟਰੀ ਬੈਠੇ ਆ, ਮੇਰੇ ਨਾਲ ਮਾਖਨ ਸਾਹਿਬ ਬੈਠੇ ਆ, ਮੇਰੇ ਨਾਲ ਉਹ 4 AICC ਦੇ ਬੰਦੇ ਹੋਰ ਬੈਠੇ ਆ, ਮੇਰੇ ਨਾਲ ਪ੍ਰਧਾਨ ਬੈਠਾ, ਮੇਰੇ ਨਾਲ ਚੀਫ ਮਿਨਿਸਟਰ ਬੈਠਾ, ਸਾਰਾ ਪੰਜਾਬ ਮਾਡਲ ਉੱਤੇ ਦਿੱਤਾ। ਤੁਸੀਂ ਦੇਖੋ ਉਹ ਤਾਂ ਔਨ ਰਿਕਾਰਡ ਹੈ। ਕਿਉਂਕਿ ਨਸ਼ਿਆਂ ਦਾ ਜਿਹੜਾ ਪੰਜਾਬ ਦੇ ਵਿੱਚ ਹੈ, ਨਸ਼ਿਆਂ ਦਾ ਜਿਹੜਾ ਮੁੱਦਾ ਸੀਗਾ ਜੀ, ਹੁਣ ਬਿਜਲੀ ਦਾ ਮੁੱਦਾ ਆ ਗਿਆ, ਦੂਜੇ ਮੁੱਦੇ ਆ ਗਏ, ਕਿਤੇ ਨਾ ਕਿਤੇ ਹੈਗਾ, ਪਰ ਰੋਜ਼ ਤੁਸੀਂ ਦੇਖੋ ਬਠਿੰਡਾ ਦੇ ਵਿੱਚ ਵੀ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਉਸ ਤਰ੍ਹਾਂ ਹੋ ਰਹੀਆਂ। ਸਾਰਿਆਂ ਨੂੰ ਪ੍ਰਾਇੋਰਟੀ ਲਾ ਐਂਡ ਆਰਡਰ ਤੇ ਨਸ਼ਿਆਂ ਤੇ ਨਹੀਂ ਲੈਣੀ ਚਾਹੀਦੀ ਇਹਨਾਂ ਨੂੰ। ਦੇਖੋ ਇਹ ਫੇਰ ਇੱਕ ਬੜਾ ਵਧੀਆ ਸਵਾਲ ਹੈ। ਦੇਖੋ ਜੀ ਤੁਸੀਂ ਇਹ ਭਾਜੀ ਇੱਕ ਮਿੰਟ, ਇਹ ਸਵਾਲ ਦੇਖੋ ਇਹਨਾਂ ਨੇ ਨਸ਼ਿਆਂ ਦਾ ਕੀਤਾ। ਤੁਸੀਂ ਨਸ਼ੇ ਨੂੰ ਇਦਾਂ ਨਹੀਂ ਦੇਖ ਸਕਦੇ ਵੀ ਇਹ ਨਸ਼ਾ ਐਂ ਦੂਰ ਹੋ ਗਿਆ ਟੱਕ ਤੇ। ਨੰਬਰ 1 ਤੁਸੀਂ ਨੌਜਵਾਨ ਨੂੰ ਓਪਰਚੁਨਿਟੀ ਕਿੱਥੇ ਦਿੱਤੀ ਹੈ? ਤੁਸੀਂ ਨੌਜਵਾਨ ਨੂੰ ਜਦੋਂ ਓਪਰਚੁਨਿਟੀ ਦਿਓਗੇ, ਉਹਨੂੰ ਕੋਈ ਹਾਏ ਦਿਓਗੇ, ਉਹਨੂੰ ਕੋਈ ਕੰਮ ਕਰਨ ਦੀ ਪ੍ਰੇਰਣਾ ਦਿਓਗੇ, ਉਹ ਨਸ਼ਾ ਕਿਉਂ ਕਰੂ? ਮੈਨੂੰ ਅਜੇ ਵੀ ਯਾਦ ਹੈ ਇੱਥੇ ਕੋਕੇਨ ਹਾਈ ਹੈ, ਇੱਥੇ ਪਤਾ ਨਹੀਂ ਨੌਜਵਾਨ ਬੋਲਦੇ ਆ ਜੀ ਆ ਫਲਾਨੀ ਹਾਈ, ਸਾਨੂੰ ਤਾਂ ਛਿੱਕਾ ਮਾਰਨ ਦੀ ਹਾਈ। ਅਸੀਂ ਗਰਾਊਂਡ 'ਚ ਪਸੀਨੀ ਲੱਤ-ਪੱਤ ਉਹਦੇ ਦੈੜ ਦੇਣੇ ਮਾਰੀਦਾ ਸੀ, ਅੱਖਾਂ ਬੰਦ ਕਰਕੇ ਅਸੀਂ ਸੋਚਿਆ ਯਾਰ ਆਹ ਵਜਿਆ ਠਾ, ਉਹ ਸਵੀਟ ਸਪੌਟ ਹੀ ਯਾਦ ਰਹਿੰਦਾ ਹੁੰਦਾ ਸੀ। ਸਵਾਮੀ ਵਿਵੇਕਾਨੰਦ ਕਹਿੰਦਾ ਭਾਈ ਰੱਬ ਲੱਭਣਾ ਫੁੱਟਬਾਲ ਦੀ ਗਰਾਊਂਡ 'ਚ ਮਿਲੂ ਨੌਜਵਾਨ। ਤੁਸੀਂ ਸ਼ਕਤੀ ਦਾ ਸਪੰਦਨ ਹਰੇਕ 'ਚ ਹੈ, ਤੁਸੀਂ ਉਹਨੂੰ ਸੰਚਾਲਿਤ ਕਰਨ ਲਈ ਦਿਸ਼ਾ ਦਿੱਤੀ ਹੈ। ਨੰਬਰ 1 ਨੰਬਰ 2 ਰੀਹੈਬਿਲਿਟੇਸ਼ਨ ਕਿੱਥੇ ਹੈ? ਵਿਪਰੂ ਨੋਰਫਿਨ ਦੀਆਂ ਟੇਬਲੇਟਾਂ ਦਾ ਘੁਟਾਲਾ ਹੈ, ਕਰੋੜਾਂ ਵੇਚਦੀਆਂ। ਦੱਸੋ ਕਰੋੜਾਂ ਵੇਚਦੀਆਂ? ਹਾਂਜੀ, ਦੈਟ ਇਜ਼ ਨਾਟ ਰੀਹੈਬਿਲਿਟੇਸ਼ਨ। ਵਿਪਰੂ ਨੋਰਫਿਨ ਨਾਲ ਕੋਈ ਰੀਹੈਬਿਲਿਟੇਸ਼ਨ। ਭਾਈ ਕੰਸਲਟੈਂਸੀ ਹੁੰਦੀ ਹੈ, ਘੰਟਾ ਗੱਲਾਂ ਕਰਦੇ ਨੇ ਨਿਊਰੋਪੈਥਸ ਨਾਲ। ਉਸ ਤੋਂ ਬਾਅਦ ਨਸ਼ੇ ਚੋਂ ਨਿਕਲਣ ਦੇ ਲਈ ਘੱਟ ਤੋਂ ਘੱਟ ਨਹੀਂ ਸਾਲ ਦਵਾਈਆਂ ਖਾ ਕੇ ਫੇਰ ਬੰਦਾ ਨਿਕਲਦਾ। ਨੰਬਰ 3 ਜੌਬ ਓਪਰਚੁਨਿਟੀਜ਼ ਕਿੱਥੋਂ ਆਉਣਗੀਆਂ? ਮੈਂ ਕਿਹਾ ਸੀ ਸਰਦਾਰ ਮਨਮੋਹਨ ਸਿੰਘ ਨੇ ਆ ਕਲਸਟਰ ਫਾਰਮ ਦੇ ਵਿੱਚ ਨੌਕਰੀਆਂ ਦਿੱਤੀਆਂ ਸੀ, ਅਸੀਂ ਕਲਸਟਰ ਬਣਾਵਾਂਗੇ। ਚੁੱਕ ਲਓ, ਮੇਰੇ ਘਰ ਦੀ ਥੋੜਾ ਨਾ ਹੈ, ਮੇਰਾ ਤਾਂ ਅਨੁਭਵ ਹੈ 18 ਸਾਲਾਂ ਦਾ। ਚੁੱਕ ਲਓ ਕਲਸਟਰਾਂ ਦੇ ਵਿੱਚ, ਦੇਖੋ ਕਿੰਨੀਆਂ ਨੌਕਰੀਆਂ ਠਾਂ ਕਰਦੀਆਂ ਮਿਲਦੀਆਂ। ਜਿਹੜੀ ਜਗ੍ਹਾ ਦੇ ਉੱਤੇ ਜੋ ਉਗਦਾ, ਜਿਹੜੀ ਜਗ੍ਹਾ ਦੇ ਵਿੱਚ ਜਿਹੜੀ ਐਕਸਪਰਟੀਜ਼ ਹੈ, ਇੱਥੇ ਕਪਾਹ ਹੈ, ਸਪਿਨਿੰਗ ਮਿਲਾਂ ਲਾਓ, ਕਲਸਟਰ ਫਾਰਮੇਸ਼ਨ ਕਰੋ ਔਰ ਨੌਜਵਾਨਾਂ ਨੂੰ ਨੌਕਰੀ। ਮੈਂ ਨੌਜਵਾਨਾਂ ਨੂੰ ਪੌਣੇ ਘੰਟੇ ਦਾ ਸੰਬੋਧਨ ਚੱਕੋ ਟਵਿੱਟਰ ਦੇ ਉੱਤੇ, ਦੇਖੋ 45 ਮਿੰਟ ਦਾ ਉਹ ਇੱਕ ਸੋਲੂਸ਼ਨ ਹੈ ਉਹਦੇ 'ਚ। ਲੇਕਿਨ ਪੋਲੀਟੀਕਲ ਵਿਲ ਚਾਹੀਦੀ ਹੈ, ਨੰਬਰ 1। ਨੰਬਰ 2 ਐਡਮਿਨਿਸਟ੍ਰੇਟਿਵ ਪਾਵਰ ਚਾਹੀਦੀ ਹੈ। ਸਾਨੂੰ ਤਾਂ ਪ੍ਰਧਾਨ ਹੋਣ ਦੇ ਨਾਤੇ ਬੰਦਾ ਨਹੀਂ ਲਾਣ ਦਿੱਤਾ। 3 ਮਹੀਨੇ ਅਸਤੀਫਾ ਦੇ ਹੀ ਰੱਖਿਆ ਵੀ ਭਾਈ DGP ਬਦਲੋ। ਤਾਂ ਲੜਾਈਆਂ ਹੀ ਬੜੀਆਂ ਲੜੀਆਂ, ਕਿਹੜੀ ਉਹਦੇ ਦੀ ਲੜਾਈ ਲੜੀ? ਹੁਣ ਅੱਜ ਕਿਹੜੇ ਉਹਦੇ ਲਈ ਲੜ ਰਹੇ ਹਾਂ? ਮੈਂ ਜਿਹੜੀ ਬਿਜਲੀ ਦੀ ਆਪਾਂ ਗੱਲ ਕਰਦੇ ਹਾਂ, ਮੈਂ 3 ਗੱਲਾਂ ਕਹੀਆਂ ਸਰ। PGI ਦੀ ਰਿਪੋਰਟ ਆਈ ਹੈ
16% ਪੰਜਾਬ ਦੇ ਜਿਹੜੇ ਯੂਥ ਹੈ ਉਹ ਡਰੱਗ ਐਡਿਕਟ ਹੈ। ਦੁਨੀਆ ਦੇ ਵਿੱਚ 2% ਤੋਂ ਵੱਧ ਨਹੀਂ, ਹਰ 7ਵਾਂ ਪੰਜਾਬੀ ਪੀਜੀਆਈ ਕਹਿ ਰਿਹਾ ਡਰੱਗ ਐਡਿਕਟ। ਤੁਹਾਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਨੇ ਗੰਦਾ ਦਾ ਕੜਾਹ ਖੁਦ ਵੇਚੇਗਾ? ਤੁਹਾਨੂੰ ਲੱਗਦਾ ਕਿ ਇਨ ਫੈਕਟ ਇੱਥੇ ਹੁਣ ਗੰਦਾ ਦੇ ਕੜਾਹ ਦੀ ਨਹੀਂ, ਸੱਚ ਦੇ ਵਿੱਚ ਪ੍ਰੈਕਟੀਕਲੀ ਕੁਝ ਕਰਨ ਦੀ ਜ਼ਰੂਰਤ ਹੈ? ਸਰ, ਹਰ 5 ਪਿੰਡਾਂ ਦੇ ਵਿੱਚ ਖੇਡਾਂ ਦਾ ਇੱਕ ਓਪਰਚੁਨਿਟੀ ਹੋਣੀ ਚਾਹੀਦੀ ਹੈ। ਤੁਸੀਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਜਿਹੜੀਆਂ, ਵੈਸੇ ਵੀ ਸ਼ਾਮਲਾਟ ਦੀਆਂ ਜ਼ਮੀਨਾਂ ਨੇ, ਤੁਸੀਂ ਉੱਥੇ ਬੈਡਮਿੰਟਨ ਕੋਰਟ ਤੇ ਲਾਈ ਸਕਦੇ ਹੋ, ਬਾਸਕਟਬਾਲ ਕੋਰਟ ਤਾਂ ਲਾਈ ਸਕਦੇ ਹੋ, ਹੋਰ ਨਹੀਂ ਛੱਡੋ ਖਾੜਾ ਪੱਟ ਸਕਦੇ ਹੋ, ਕੌਡੀ ਮਹਾਰਾਜ ਤੁਸੀਂ ਉਹ ਸਪੋਰਟਿੰਗ ਓਪਰਚੁਨਿਟੀ ਦਿਓ, ਪਹਿਲੀ ਗੱਲ। ਨੰਬਰ 2 ਤੁਸੀਂ ਓਪਰਚੁਨਿਟੀ ਦਿਓ ਜੌਬਸ ਦੀ। ਨੰਬਰ 3 ਰੀਹੈਬਿਲਿਟੇਸ਼ਨ ਦੀ। ਨੰਬਰ 4 ਮੈਂ ਜਿਹੜੀਆਂ ਗੱਲਾਂ ਕਰਦਾ ਕਲਸਟਰ 4 ਦੇ ਵਿੱਚ ਜੌਬਸ ਦਿਓ ਨੌਜਵਾਨਾਂ ਨੂੰ। ਕਿੱਥੇ ਓਪਰਚੁਨਿਟੀ? ਕੋਈ ਵੀ ਟੈਲੈਂਟ ਇਜ਼ ਨਥਿੰਗ ਵਿਦਆਊਟ ਓਪਰਚੁਨਿਟੀ ਸਾਹਿਬ। ਦੇਅਰਫੋਰ ਨਸ਼ੇ ਨੂੰ ਸਿਰਫ ਇਦਾਂ ਹੀ ਨਾ ਦੇਖੋ ਵੱਡੀ ਖੋਲ ਕੇ ਨਸ਼ੇ ਰੋਕ ਦਿਆਂਗੇ, ਇਹਨੂੰ 3-4 ਪ੍ਰੋਂਗਡ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਤੇ ਫਿਰ ਨਸ਼ਾ। ਕਿੰਨੇ ਰੀਹੈਬਿਲਿਟੇਸ਼ਨ ਸੈਂਟਰ ਨੇ ਸਰ ਜਿਹੜੇ ਪੰਜਾਬ ਚੱਲਦੇ ਆ ਦਿਖਾਓ, ਤੇ ਕਿੰਨੇ ਕ ਸਪੋਰਟਿੰਗ ਸੈਂਟਰਸ ਨੇ ਆਫ ਐਕਸਲੈਂਸ, ਕਿੰਨੇ ਕ ਇਹੋ ਜਿਹੇ ਥਾਂ ਨੇ। ਇਸ ਕਰਕੇ ਇਹ ਹੋਲਿਸਟਿਕ ਅਪਰੋਚ ਹੈ, ਬਟ ਇਹਦੇ ਲਈ ਵੀ ਫੰਡਸ ਦੀ ਲੋੜ ਹੈ। ਨੈਕਸਟ ਸਵਾਲ ਸਰ, ਐਸਵਾਈਐਲ ਦੇ ਮੁੱਦੇ ਤੇ ਲੈ ਕੇ ਸੁਸ਼ੀਲ ਗੁਪਤਾ ਹਰਿਆਣਾ ਦੇ ਪ੍ਰਭਾਰੀ ਹੈ, ਰਾਜ ਸਭਾ ਸਾਂਸਦ ਨੇ, ਉਹਨਾਂ ਦਾ ਵੱਡੀ ਸਟੇਟਮੈਂਟ ਆਈ ਹੈ ਕਿ ਹਾਲੇ ਤੱਕ ਨਾ ਤਾਂ ਪ੍ਰਦੇਸ਼ ਜਿਹੜੀ ਸਰਕਾਰ ਹੈ ਉਹਨਾਂ ਨੇ ਨਾ ਕੇਂਦਰ ਸਰਕਾਰ ਨੇ ਪਿੰਡਾਂ ਦੇ ਵਿੱਚ ਪਾਣੀ ਪਹੁੰਚਾਇਆ ਹਰਿਆਣਾ ਦੇ। ਅਸੀਂ ਪਹੁੰਚਾਵਾਂਗੇ। ਦੇਖੋ ਮੇਰੀ ਇੱਕ ਗੱਲ ਨੂੰ ਧਿਆਨ ਨਾਲ ਸਮਝ ਲਓ, ਪੰਜਾਬ ਕੋਲ ਪਾਣੀ ਉਹ ਹੈ ਨਹੀਂ। ਜੇ ਪੰਜਾਬ ਕੋਲ ਆਪਣੀ ਜ਼ਰੂਰਤ ਲਈ ਪਾਣੀ ਹੈ ਨਹੀਂ ਤੇ ਦੂਆਂ ਨੂੰ ਕਿਵੇਂ ਦੇ ਦਈਏ? ਇੱਕ। ਨੰਬਰ 2 ਜੇ ਅੱਜ ਦੀ ਗੱਲ ਹੈ ਨਾ, ਜਿਹੜੀ ਇਹ ਟਿਊਬਵੈਲਾਂ ਵਾਲੀ ਪ੍ਰੋਬਲਮ ਹੈ, ਡਾਰਕ ਜ਼ੋਨ ਬਣ ਰਹੇ ਹੈ, ਇਹਦਾ ਜੇ ਅਸਲੀ ਕੋਈ ਸੋਲੂਸ਼ਨ ਹੈ ਤੇ ਨਹਿਰੀ ਪਾਣੀ ਹੈ ਖੇਤਾਂ 'ਚ। ਤੇ ਭਾਈ ਮੈਂ ਉਹ ਦਿਨ ਦੇਖਿਆ ਵੀ ਮੇਰਾ ਦੋਸਤ ਹੁੰਦਾ ਸੀ, ਉਹਦਾ ਫਾਦਰ ਚੀਫ ਇੰਜੀਨੀਅਰ ਹੁੰਦਾ ਸੀ ਭਗਤ ਸਿੰਘ ਸੰਧੂ। ਮੈਂ ਉਹਦੀ ਗੱਡੀ 'ਚ ਬੈਠ ਕੇ ਜਾਂਦਾ, ਟੇਲ ਤੱਕ ਪਾਣੀ ਜਾਂਦਾ ਹੁੰਦਾ ਸੀ। ਉਹ ਐਂਡ ਦੇ ਵਿੱਚ ਜਾ ਕੇ ਜਦੋਂ ਟੇਲ ਦੇ ਐਂਡ ਤੇ ਜਾਂਦੇ ਹੁੰਦੇ ਨਾ, ਔਰ ਉਹ ਰੈਸਟ ਹਾਊਸ ਜਿਹਨਾਂ 'ਚ ਅਸੀਂ ਠਹਿਰਦੇ ਹੁੰਦੇ ਸਭ ਵਿਕੇ, ਸਭ ਵੇਚਦੇ। ਮੈਂ ਨਾਂ ਨਹੀਂ ਲੈਣਾ ਕਿਹਨੇ ਵੇਚਦੇ, ਤੁਹਾਨੂੰ ਪਤਾ ਕਿਹਨੇ ਵੇਚਦੇ, ਠੀਕ ਹੈ, ਕੌਡੀਆਂ ਦੇ ਭਾਅ ਵੇਚਦੇ। ਉੱਥੇ ਅਸੀਂ ਠਹਿਰਦੇ ਹੁੰਦੇ, ਐਂਡ ਤੱਕ ਟੇਲ ਦੇ ਪਾਣੀ ਜਾਂਦਾ ਹੁੰਦਾ ਸੀ। ਹੁਣ ਮੋਗੇ ਕਬਜ਼ੇ ਕੀਤੇ ਹੋਏ, ਕਿੱਥੇ ਨਹਿਰੀ ਪਾਣੀ। ਇਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਅਗਰ ਤੁਸੀਂ ਦੇਖਣਾ ਹੈ ਤੇ ਉਹਨਾਂ ਨੂੰ ਪੰਜਾਬ ਦੇ ਲਈ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ। ਜੇ ਕਿਸੇ ਨੇ ਲੈਣਾ ਤੇ ਰਾਇਲਟੀ ਦੇਵੇ। ਸਿੱਧੂ ਸਾਹਿਬ, ਹਾਂਜੀ ਸਿੱਧੂ ਸਾਹਿਬ, ਜਿੰਨੀਆਂ ਵੀ ਹੁਣ ਤੱਕ ਤੁਹਾਡੀਆਂ ਪੰਜਾਬ 'ਚ ਮੀਟਿੰਗਾਂ ਹੋਈਆਂ ਕਾਂਗਰਸ ਲੀਡਰਸ਼ਿਪ ਨਾਲ ਜਾਂ ਐਮਐਲਏ ਨਾਲ, ਇਸ ਤੋਂ ਲੈ ਕੇ ਹੁਣ ਅਗਲਾ ਪੜਾਅ ਤੁਹਾਡਾ ਕੀ ਹੋਊਗਾ? ਕੋਈ ਪੰਜਾਬ ਲੈਵਲ ਤੇ ਕੋਈ ਵੱਡਾ ਕੱਟ ਜਾਂ ਹਾਈ ਕਮਾਂਡ? ਅਸੀਂ ਸਰ ਪਹਿਲਾਂ 50-50 100 ਜਿਵੇਂ ਤੁਸੀਂ ਅੱਜ ਦੇਖਿਆ ਮੋਹਤਬਰ ਬੰਦਿਆਂ ਨਾਲ ਮਿਲਾਂਗੇ, ਫਿਰ ਅਸੀਂ ਵਰਕਰ ਮੀਟਿੰਗਾਂ ਕਰਾਂਗੇ। ਨੈਕਸਟ ਗੇੜਾ ਜਿਹੜਾ ਅਗਲਾ ਆਊਗਾ ਉਹ ਵਰਕਰ ਮੀਟਿੰਗ ਹੋਏਗੀ 500 ਦੀ 400 ਦੀ ਹਰ ਥਾਂ ਤੇ। ਅਸੀਂ ਵਰਕਰ ਮਰ ਨਹੀਂ ਦੇਣਾ ਸਾਹਿਬ। ਇਹ ਤੇ ਕੁਕੜੀ ਦੇ ਫੰਗਾਂ ਵਾਂਗ ਖਿਲਰ ਜਾਣਗੇ, ਮੈਨੂੰ ਪਤਾ ਹੈ ਕਿਵੇਂ ਖਿਲਰਨਗੇ ਇਹ, ਮੈਨੂੰ ਪਤਾ ਹੈ। ਮੈਂ ਜਾਣਦਾ ਇਹਨਾਂ ਦੇ ਪੱਲੇ ਹੀ ਕੱਖ ਨਹੀਂ। ਲੋਕ ਤੇ ਇਹ ਕਹਿੰਦੇ ਇਹਨਾਂ ਦੇ ਵੱਸਦੀ ਨਹੀਂ, ਮੈਂ ਵੀ ਕਹਿਣਾ, ਲੇਕਿਨ ਅਸੀਂ ਮੌਕਾ ਦੇਵਾਂਗੇ। ਐਜ਼ ਐਨ ਆਪੋਜੀਸ਼ਨ ਅਸੀਂ ਸਨਮਾਨ ਕਰਾਂਗੇ, ਅਸੀਂ ਹਰ ਤਰ੍ਹਾਂ ਸਹਿਯੋਗ ਕਰਾਂਗੇ। ਇਸ ਕਰਕੇ ਪਹਿਲਾ ਕੰਮ ਇਹ ਹੈ ਵੀ 100-200 ਬੰਦਿਆਂ ਨਾਲ 100-200 ਬੰਦਿਆਂ ਨਾਲ ਮੁਲਾਕਾਤ ਆ। ਦੇਖੋ ਪਤਵੰਤੇ ਸੱਜਣ ਨੇ, ਕੋਈ MP ਹੈ, ਕੋਈ MLA ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਠੀਕ ਹੈ, ਔਰ ਸਾਰੇ ਹੀ ਸਿਆਣੇ ਨੇ। ਉਸ ਤੋਂ ਬਾਅਦ ਅਸੀਂ ਵਰਕਰ ਮੀਟਿੰਗ ਕਰਾਂਗੇ 500 ਦੀ। ਤੇ ਮਹਾਰਾਜ ਜਦੋਂ ਹੌਲੀ ਜਿਹੀ ਠੰਡ ਆਈ, ਰੈਲੀਆਂ ਦੇਖਿਓ ਥਾੜ ਕਰਦੀਆਂ। ਸਿੱਧੂ ਸਾਹਿਬ ਦੀ ਕਾਂਗਰਸ ਲੀਡਰਸ਼ਿਪ ਤੋਂ, ਸਿੱਧੂ ਸਾਹਿਬ ਇਹ ਸਾਰੇ ਹੀ ਨਿਰਾਸ਼ ਵੀ ਨੇ ਜੀ ਕਾਂਗਰਸ ਲੀਡਰਸ਼ਿਪ ਤੋਂ। ਕਿਸੇ ਦੀ ਟਿਕਟ ਕੱਟਦੀ, ਕਿਸੇ ਨੂੰ ਨਹੀਂ ਦਿੱਤੀ, ਜਾਂ ਕਿਸੇ ਨਾਲ ਵਿਤਕਰੇਬਾਜ਼ੀ ਹੋਈ ਆ, ਉਸ ਦਾ ਫਿਰ ਕੀ? ਨਿਰਾਸ਼ਾ ਦੇ ਵਿੱਚ ਪ੍ਰਤੀਕਸ਼ਾ ਅੰਨੇ ਦੀ ਲਾਠੀ ਸਮਾਨ ਹੁੰਦੀ ਹੈ ਮਿੱਤਰਾ। ਸਬਰ ਰੱਖੀਏ, ਵੱਟ ਦਿਆਂਗੇ ਕੱਢ। ਕਿਤੇ ਨਹੀਂ ਕਾਂਗਰਸ ਹਾਰੀ ਹੈ, ਮਰੀ ਥੋੜਾ ਨਾ, ਬਰਫ਼ ਦੀ ਡਲੀ ਹੈ, ਕੋਈ ਪਿਘਲ ਜੂ। ਚਰਚਾ ਹੈ ਕਿ ਸੁਨੀਲ ਜਾਖੜ ਜੀ ਜਿਹੜਾ ਰਿਜ਼ਾਈਨ ਕਰ ਰਹੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਆ। ਮਿੱਤਰਾ ਉਹਨਾਂ ਦਾ ਘਰ ਦਾ ਐਡਰੈਸ ਦੇ ਦੇਣਾ, ਜਾ ਸਵਾਲ ਪੁੱਛ। ਸਿੱਧੂ ਸਾਹਿਬ ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਕੀਤੀ ਯਾਰ, ਸਿੱਧੂ ਨੂੰ ਕੱਚਾ ਸਮਝਿਆ, ਪੁਰਾਣੇ ਚਾਵਲਾ ਮਿੱਤਰਾ ਸੀ। ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਕੀਤੀ ਆ, ਪਰ ਇੱਥੇ ਅੱਜ ਬਠਿੰਡੇ ਦੀ ਜਿਹੜੀ ਲੋਕਲ ਲੀਡਰਸ਼ਿਪ ਉਹ ਗੈਰ ਹਾਜ਼ਰ ਹੈ। ਮੈਂ ਕਹਿੰਦਾ ਮੇਰੀ ਗੱਲ ਸੁਣੋ, ਜਿਹੜੀ ਬਠਿੰਡੇ ਦੀ ਲੋਕਲ ਜਿਹੜਾ ਉਹ ਕਦੇ ਜਲੰਧਰ ਫਿਰਦੀ ਸੀ, ਕਦੇ ਕਿਤੇ ਫਿਰਦੀ ਹੈ, ਕਦੇ ਕਿਤੇ ਫਿਰਦੀ, ਉਹ ਕੰਮ ਕਰ ਰਹੀ ਹੈ ਨਾ ਕਾਂਗਰਸ ਲਈ। ਤੁਹਾਡਾ ਆਉਣ ਦਾ ਪਤਾ ਨਹੀਂ? ਮੇਰੀ ਗੱਲ ਨੂੰ ਸੁਣੋ, ਮੈਨੂੰ ਉਹਨਾਂ ਦੇ ਆਉਣ ਦਾ ਪਤਾ ਸੀ। ਮੈਂ ਫੋਨ ਤੇ ਗੱਲ ਕੀਤੀ, ਮੈਂ ਬੇਟਾ ਹੁਣੇ ਆ ਜਾ। ਨਹੀਂ, ਸਾਰੇ ਤਾਂ ਨਹੀਂ ਗਏ ਹੋਣਗੇ ਯਾਰ। ਦੇਖ ਮੇਰੀ ਗੱਲ, ਸਾਡਾ ਕੋਈ ਧੜਾ ਹੀ ਨਹੀਂ, ਸਾਰੇ ਕਾਂਗਰਸੀ ਅੱਡ-ਅੱਡ ਕੰਮ ਕਰ ਰਹੇ ਨੇ। ਕੋਈ ਜ਼ਰੂਰੀ ਹੈ ਵੀ ਸਾਰੇ ਮੇਰੇ ਨਾਲ ਜਾਣ ਜਾਂ ਸਾਰੇ ਉਹਦੇ ਨਾਲ ਜਾਣ ਜਾਂ ਸਾਰੇ ਉਹਦੇ ਨਾਲ ਜਾਣ। ਅਸੀਂ ਕੰਮ ਕੀ ਕਰ ਰਹੇ ਹਾਂ? ਇਹ ਦੇਖ, ਪੰਜਾਬ ਦੀ ਉਥਾਨ ਦੀ ਗੱਲ ਕਰ ਰਹੇ ਹਾਂ, ਲੋਕ ਮਸਲਿਆਂ ਦੀ ਗੱਲ ਕਰ ਰਹੇ ਹਾਂ। ਕੀ ਸਵਾਰਥ ਹੈ ਭਾਈ? ਇੱਕ ਮੰਚ ਤੇ ਵੀ ਇਕੱਠੇ ਹੋ ਸਕਦੇ। ਮੈਂ ਕਿਹਾ ਬਿਲਕੁਲ ਹੋਵਾਂਗੇ। ਕੌਣ ਨਹੀਂ ਇਕੱਠਾ ਹੋ? ਜਿੱਦਣ ਉਹਦੀ ਉਹ ਹੋਊਗੀ ਮੈਂ ਸਭ ਤੋਂ ਅੱਗੇ ਖੜਾ ਹੂੰ। ਜਿੱਦਣ ਇਲੈਕਸ਼ਨ ਸੀ ਉਹਦੀ ਕੌਣ ਖੜਾ ਸੀ ਇੱਥੇ 75-25 ਵਾਲੀ 'ਚ?
ਦੇ ਜਵਾਬ ਮਿੱਤਰਾ, ਪੁੱਛਦਾ ਹੀ ਜਾਣਦਾ ਕਿ ਦੇਣਾ ਜਾਣਦਾ ਹੈ ਤੇ ਉਹਦੇ ਲਈ ਮੇਰਾ ਮੰਤਰਾਲਾ ਚਲਾ ਗਿਆ ਸੀ, ਇਹ ਬੋਲਿਆ ਵੀ ਨਹੀਂ ਸੀ, ਫਿਰ ਵੀ ਖੜਾ ਰਿਹਾ ਸਿੱਧੂ। ਇਹ ਵੱਡਾ ਬਲਦਾਨ ਹੈ। ਫਿਰ 75-25 ਦੀ ਗੱਲ ਕੀਤੀ ਹੈ ਮੈਂ ਉਹੀ ਚਲੋ ਹੁਣ ਉਹਨੂੰ ਨਾ ਲਾ ਦਿਓ, ਚਲੀ ਗਈ ਉਹ 75-25, ਹੁਣ ਤਾਂ 100% ਖੜਾ ਇੱਥੇ। ਸਾਹਿਬ ਸਿੱਧੂ ਸਾਹਿਬ ਇੱਕ ਬਠਿੰਡੇ ਦਾ ਰਿਲੇਟਡ ਸਵਾਲ ਹੈ। ਚਲੋ ਤੁਸੀਂ 75-25 ਦੀ ਗੱਲ ਕੀਤੀ, ਸਾਰੇ ਹੀ ਚਲੇ ਗਏ। ਇੱਕ ਤੁਹਾਡੇ ਜਿਹੜੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਆ, ਤੁਹਾਡਾ ਤੁਸੀਂ ਸਪਸ਼ਟ ਜਵਾਬ ਦਿੰਦੇ ਹੋ, ਇਹਦਾ ਵੀ ਸਵਾਲ ਦਾ ਸਪਸ਼ਟ ਜਵਾਬ ਦੇਣ ਦੀ ਕੋਸ਼ਿਸ਼ ਕਰੋ ਕਿ ਰਾਜਾ ਵੜਿੰਗ ਨੇ ਵੀ ਆਖਿਆ, ਰਵਿੰਦਰ ਲਾਡੀ ਤੁਹਾਡੇ ਨਾਲ ਬੈਠੇ ਇਹਨਾਂ ਨੇ ਵੀ ਆਖਿਆ, ਈਵਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਸੀ ਉਹਨੇ ਵੀ ਕਹਿਤਾ ਵੀ ਤਾਇਆ ਭਤੀਜਾ ਰਲੇ ਹੋਏ ਸੀਗੇ। ਤੁਹਾਡਾ ਕੀ ਕਹਿਣਾ ਤੇ ਟਿੱਪਣੀ ਕੀ? ਦੇਖੋ ਮੇਰਾ ਕੀ ਕਹਿਣਾ, ਲੋਕਾਂ ਨੇ ਬੀਜ ਤੇ ਕੁਛ ਲੱਗਦਾ ਸੀ ਤੁਹਾਨੂੰ ਪਹਿਲਾਂ ਨਾਲ? ਦੇਖੋ ਮੇਰੀ ਇੱਕ ਗੱਲ ਨੂੰ ਸਮਝੋ, ਮੇਰੇ ਕਹਿਣ ਦਾ ਕੋਈ ਫਰਕ ਨਹੀਂ ਪੈਣਾ। ਬਹੁਤ ਫਰਕ ਨਹੀਂ, ਸੁਣੋ, ਪੋਲਿਟਿਕਸ ਦੇ ਵਿੱਚ ਕਿਸੇ ਲੀਡਰ ਦੇ ਕਹਿਣ ਦਾ ਤਦ ਫਰਕ ਪੈਂਦਾ ਜੇ ਲੋਕ ਉਹਦੇ ਤੇ ਅਮਲ ਕਰਨ। ਅਸਲ ਦੇ ਵਿੱਚ ਅਸਲੀ ਤਾਕਤ ਜਿਹੜੀ ਹੈ ਨਾ, ਲੋਕ ਸਮਝਦੇ ਹੀ ਨਹੀਂ। ਅਸਲੀ ਤਾਕਤ ਤੇ ਲੋਕਾਂ ਦੀ ਹੈ। ਫੈਸਲਾ ਕਿਹਨੇ ਕਰਨਾ ਹੈ, ਕਰਵਾਉਣਾ ਕਿਹਨੇ ਹੈ, ਉਹ ਪੰਜਾਬ ਦੇ ਲੋਕਾਂ ਨੇ ਕਰਵਾਉਣਾ। ਮੈਂ ਤੇ ਕਹਿ ਸਕਦਾ ਸੀ, ਔਰ ਮੈਂ ਬੜੀ ਟੰਕੇ ਦੀ ਚੋਟ ਦੇ ਉੱਤੇ ਕਿਹਾ। ਉਹ ਕਹਿਣ ਦੀ ਤਾਕਤ ਮੇਰੀ ਕੀ ਹੈ? ਇਮਾਨਦਾਰੀ। ਵੀ ਮੇਰੇ ਲਈ ਰਾਜਨੀਤੀ ਧੰਦਾ ਨਹੀਂ, ਨਾ ਮੇਰੀ ਖੱਡ ਚੱਲੇ, ਨਾ ਮੇਰਾ ਕੋਈ ਬਿਜ਼ਨਸ, ਮੈਂ ਤੇ ਪੱਲਿਓਂ ਲਾਏ ਨੇ। ਆ ਹੁਣ ਦੇਖ ਲਓ ਕਣਕ ਫੂਕੀ ਹੈ, ਮੈਂ ਜਦੋਂ ਮੇਰੇ ਕੋਲ ਪਏ ਹੁੰਦੇ ਮੈਂ 35 ਲੱਖ ਦੇ ਆਇਆ ਸੀ, 1.25 ਕਰੋੜ ਰੁਪਏ ਦੇ। ਦੱਸੋ ਕੋਈ ਬੰਦਾ ਹੈ? ਅੱਛਾ ਪਾਰਟੀ ਬਦਲੀ ਤੇ ਰਾਜ ਸਭਾ ਛੱਡ ਕੇ ਕੋਈ ਲੈਣ ਥੋੜਾ ਨਾ ਆਏ ਸੀ, ਦੱਸੋ। ਇਸ ਕਰਕੇ ਅੱਜ ਵੀ ਇਹ ਸਾਰੇ ਬੰਦੇ, ਕਾਲੜਾ ਸਾਹਿਬ ਥੋੜਾ ਲੇਟ ਆਏ ਆ, ਇਹ ਸਾਰੇ ਬੰਦੇ ਅੱਜ 20-25 ਐਮਐਲਏ ਆ ਇੱਥੇ ਜਿਹੜੇ ਐਮਐਲਏ ਦੇ ਇਲੈਕਸ਼ਨ, ਇਹ ਸਾਰੇ ਬੰਦੇ ਪੰਜਾਬ ਖਾਤਰ ਖੜੇ ਆ ਮਹਾਰਾਜ। ਤੇ ਜੇ ਅਸੀਂ ਪੰਜਾਬ ਖਾਤਰ ਖੜਾਂਗੇ ਤਾਂ ਹੀ ਸੱਤਾ ਲੈ ਸਕਦੇ। ਲਾਸਟ ਕੁਐਸਚਨ ਜੀ, ਸੱਤਾ ਲੈਣ ਲਈ ਨਹੀਂ ਖੜੇ, ਸੱਤਾ ਲੋਕਾਂ ਦੀ ਜ਼ਿੰਦਗੀ ਬਦਲਣ ਲਈ, ਗੱਪਾਂ ਮਾਰਨ ਲਈ ਨਹੀਂ, ਗੱਲਾਂ ਦੇ ਕੜਾ ਲਈ ਨਹੀਂ। ਲਾਸਟ ਕੁਐਸਚਨ ਤੁਸੀਂ ਪੰਜਾਬ ਕਾਂਗਰਸ ਦੇ ਨਿਰਦੇਸ਼ ਤੇ ਕਰ ਰਹੇ ਹੋ ਕਿ ਆਪਦੇ ਲੈਵਲ ਤੇ ਕਰ ਰਹੇ ਹੋ? ਮੇਰੀ ਗੱਲ ਨੂੰ ਸੁਣੋ, ਹਰ ਚੀਜ਼ ਜਿਹੜੀ ਹੈ, ਕੋਈ ਮੈਨੂੰ ਐ ਦੱਸੋ 57 ਸਾਲ ਦੀ ਉਮਰ 'ਚ ਕੋਈ ਬੰਦਾ ਨਿਆਣਾ ਹੁੰਦਾ? ਮੈਨੂੰ ਐ ਦੱਸ, ਜਦੋਂ ਅਸੀਂ ਆਪੋਜੀਸ਼ਨ ਨੂੰ ਜਵਾਬਦੇਹੀ ਬਣਾ ਰਹੇ ਹਾਂ, ਪੰਜਾਬ ਦੇ ਮੁੱਦੇ ਚੱਕ ਰਹੇ ਹਾਂ, ਅਸੀਂ ਪੰਜਾਬ ਦੇ ਵੀ ਭਲੇ ਲਈ ਕਰ ਰਹੇ ਹਾਂ, ਕਾਂਗਰਸ ਦੇ ਵੀ ਭਲੇ ਲਈ ਕਰ ਰਹੇ ਹਾਂ। ਇੱਦਾਂ ਹੀ ਉੱਠੂ ਕਾਂਗਰਸ, ਘਰੇ ਬਹਿ ਕੇ ਤੇ ਨਹੀਂ ਉੱਠਣੀ। ਥੈਂਕ ਯੂ। ਦੇਖੋ ਮੈਂ ਕਿਹਾ ਸੀ ਜਦ ਤੱਕ ਤੁਹਾਡੀ ਤਸੱਲੀ ਨਹੀਂ ਹੁੰਦੀ ਮਹਾਰਾਜ, ਉਦੋਂ ਤੱਕ ਨਹੀਂ ਹਿੱਲਦਾ। ਥੈਂਕ ਯੂ।